ਵਾਹਿਗੁਰੂ ਸਾਹਿਬ ਜੀਓ। ਇੱਕ ਔਰ ਸਤਿਗੁਰ ਸਾਹਿਬ ਸ਼੍ਰੀ ਨਾਨਕ ਪਾਤਿ ਬੰਦ ਅਮਰਤ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਅਰਜਨ ਬਿਗਨਨ ਕੇ ਵਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰ ਤੇਗ ਬਹਾਦਰ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁ ਤਾਰਾ ਤਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਨਾਨਕ ਭਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਗਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋ ਬੰਦਨ ਕਰੀ ਭਇਓ ਅਨੁਸਾਰੈ ਲੇਕਰ ਹਲਕਾਰਾ ਟਿਕ ਆਇਓ ਪਟ ਕਰ ਪੀ ਪਟ ਕਰ ਖਾਇ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਕਲਯੁਗੀ ਜੀਵਨ ਨੂੰ ਤਾਰਨ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਮਹਾਨ ਪਵਿੱਤਰ ਗੋਦ ਵਿੱਚ ਆਪ ਸਮੂਹ ਸੰਗਤ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਹਾਜ਼ਰੀਆਂ ਭਰ ਰਹੇ ਹੋ। ਪੰਚਮ ਪਾਤਸ਼ਾਹ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਹਰਗੋਬਿੰਦ ਸਾਹਿਬ ਜੀ ਦਾ ਜੀਵਨ ਲਗਾਤਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਜੀ ਦੀ ਤੋਂ ਆਖਰੀ ਛੇਵੇਂ ਪਾਤਸ਼ਾਹ ਜੀ ਨੇ ਲੜਿਆ ਹੈ ਔਰ ਜਿੱਤ ਪ੍ਰਾਪਤ ਕੀਤੀ ਹੈ। ਤੇ ਉਸੇ ਵੇਲੇ ਬਾਬਾ ਬੁੱਢਣ ਸ਼ਾਹ ਜੋ ਕੀਰਤਪੁਰ ਸਾਹਿਬ ਜੀ ਦੇ ਨੇੜੇ ਹੈ ਉਹ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ। ਉਹਦਾ ਅੰਤਲਾ ਸਮਾਂ ਆ ਚੁੱਕਾ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਉਹਦਾ ਪਾਤਸ਼ਾਹ ਜੀ ਨੇ ਬਚਨ, ਅਸੀਂ ਛੇਵੇਂ ਸਰੀਰ ਦੇ ਵਿੱਚ ਜਦੋਂ ਹੋਵਾਂਗੇ ਉਦੋਂ ਤੈਨੂੰ ਦੀਦਾਰ ਦੇਵਾਂਗੇ, ਫਿਰ ਤੇਰਾ ਅੰਤ ਹੋਏਗਾ, ਫਿਰ ਤੂੰ ਪ੍ਰਾਣ ਛੱਡੇਗਾ। ਬੁੱਢਣ ਸ਼ਾਹ ਦਾ ਅਖੀਰਲਾ ਸਮਾਂ ਸਤਿਗੁਰੂ ਜੀ ਬਚਨ ਕੀਤਾ ਸੀ ਨਿਹਾਲ ਕਰੋ। ਛੇਵੇਂ ਪਾਤਸ਼ਾਹ ਜੀ ਗਏ, ਦਾਰੇ ਦਿੱਤੇ ਔਰ ਹੋਇਆ। ਪਾਤਸ਼ਾਹ ਜੀ ਫਿਰ ਬਾਬਾ ਅੰਮ੍ਰਿਤ ਵੇਲੇ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਬਾਬਾ ਬੁੱਢਣ ਨੇ ਸਰੀਰ ਗੁਰੂ ਘਰ ਦੇ ਰਬਾਬੀ ਸਿੰਘਾਂ ਨੇ ਇਹਦਾ ਜਨਮ ਸਫਲ ਹੋਇਆ। ਬੰਦਗੀ ਕੀਤੀ, ਸੇਵਾ ਕੀਤੀ, ਸਿਮਰਨ ਔਰ ਸਤਿਗੁਰਾਂ ਨੇ ਅੰਤਮ ਕਿਰਿਆ ਕਰਨ ਤੋਂ ਬਾਅਦ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਵਾਲੇ ਪਾਸੇ ਵਾਪਸ ਆਏ ਹਨ। ਇੱਧਰ ਜੋ ਬਾਦਸ਼ਾਹ ਵਾਲੇ ਪਾਸੇ ਕਿ ਹੇ ਬਾਦਸ਼ਾਹ, ਮੈਂ ਤੇਰਾ ਆਗਿਆਕਾਰੀ ਹਾਂ, ਮੈਂ ਤੇਰੇ ਹੁਕਮ ਦੇ ਵਿੱਚ ਚੱਲਣ ਵਾਲਾ ਹਾਂ। ਜਿਸ ਤਰ੍ਹਾਂ ਬਾਕੀ ਪ੍ਰਜਾ ਤੁਹਾਡੇ ਵਿੱਚ ਭਰੇਗਾ, ਫਿਰ ਕੋਈ ਨਾ ਕੋਈ ਬਖੇੜਾ, ਜਿਸ ਤਰ੍ਹਾਂ ਤੇ ਬਹੁਤ ਵੱਡਾ ਫਿਰ ਜੰਗ ਹੋਇਆ ਹੈ। ਇਸ ਕਰਕੇ ਵਜ਼ੀਰ ਖਾਂ ਸੋਚਦਾ ਹੈ ਕਿ ਧੀਰਮਲ ਦੀ ਜਿਹੜੀ ਚਿੱਠੀ ਹੈ ਉਹਨੂੰ ਆਪਣੇ ਢੰਗ ਦੇ ਨਾਲ ਬਾਦਸ਼ਾਹ ਨੂੰ ਦੱਸਦਾ ਹੈ ਕਿ ਧੀਰਮਲ ਵੀ ਲਿਖਦਾ ਹੈ ਕਿ ਇਹ ਸਾਨੂੰ ਕਰਨਾ ਚਾਹੀਦਾ ਸ਼ਾਂਤੀ ਦੇ ਨਾਲ, ਜਿਸ ਤਰ੍ਹਾਂ ਪਹਿਲੇ ਬਾਦਸ਼ਾਹ ਰਹੇ ਹਨ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ। ਖਡੂਰ ਸਾਹਿਬ ਗਿਆ ਸੀਗਾ ਅਕਬਰ ਬਾਦਸ਼ਾਹ, ਕਈ ਵਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੇ ਕੋਲ ਜਾਂਦਾ ਹੈ। ਇਸੇ ਤਰ੍ਹਾਂ ਜਹਾਂਗੀਰ ਵੀ ਛੇਵੇਂ ਪਾਤਸ਼ਾਹ ਜੀ ਦੇ ਨਾਲ ਨੇੜਤਾ ਰੱਖਦਾ ਹੈ। ਬਾਅਦ ਵਿੱਚ ਅੰਗ ਛੇਵੇਂ ਪਾਤਸ਼ਾਹ ਜੀ ਨਾਲ ਕੀਤੇ ਤੇ ਪ੍ਰਾਪਤ ਕੁਝ ਵੀ ਨਹੀਂ ਹੋਇਆ। ਇੰਨੀ ਵੱਡੀ ਫੌਜ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀ ਮਾਰੀ ਗਈ ਹੈ। ਇਸ ਕਰਕੇ ਅਗਾਂਹ ਤੋਂ ਚੰਗੀ ਇਹ ਗੱਲ ਹੈ ਜੀ ਦਾ ਘਰ ਬੜਾ ਜਗਾ, ਸਤਿਗੁਰੂ ਜੀ ਬਹੁਤ ਵੱਡੇ ਗੁਰੂ ਪੀਰ ਹੋਏ ਹਨ ਤੇ ਹਮੇਸ਼ਾ ਪੀਰ ਘਰਾਂ ਵੱਲ ਨਮਸਕਾਰ ਕਰੀਦੀ ਹੈ, ਮੱਥਾ ਨਹੀਂ ਲਾਈਦਾ, ਆਕੜ ਨਹੀਂ ਰੱਖੀਦੀ। ਇਸ ਕਰਕੇ ਝੁਕਣਾ ਹੀ ਠੀਕ ਹੈ। ਈਰਖਾ ਸਮੇਂ ਦੇ ਵਿੱਚ ਫਿਰ ਵੱਡਾ ਨੁਕਸਾਨ ਹੋਏਗਾ। ਅਜੇ ਵੀ ਸਮਾਂ ਹੈ ਤੇ ਗੁਰੂ ਘਰ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ। ਬਾਦਸ਼ਾਹ ਨੇ
ਇਤਿਹਾਸ ਦੇ ਜ਼ਿਕਰ ਆਪਾਂ ਕੱਲ ਸਰਵਣ ਕਰ ਰਹੇ ਸੀ। ਸ਼੍ਰੀ ਮੂੰਹ ਕਰਕੇ ਕੀਤਾ ਕਿ ਜਿੰਨਾ ਚਿਰ ਮੇਰੇ ਸਾਹ ਚੱਲਦੇ ਹਨ, ਸ਼ਾਹਜਹਾਨ ਨੇ ਇਹ ਗੱਲ ਕੀਤੀ ਹੈ, ਜਿੰਨਾ ਚਿਰ ਮੇਰੇ ਪ੍ਰਾਣ ਚੱਲਦੇ ਹਨ, ਸਾਹ ਚੱਲਦੇ ਹਨ, ਮੈਂ ਅਗਾਂਹ ਕੁਛ ਵੀ ਸਾਡੇ ਘਰ ਦੇ ਨਾਲ ਕਦੇ ਮੱਥਾ ਨਹੀਂ ਲਾਵਾਂਗਾ, ਹਮੇਸ਼ਾ ਨਿਮਰਤਾ ਦੇ ਵਿੱਚ ਰਹਾਂਗਾ। ਤੇ ਅਗਾਂਹ ਫਿਰ ਬਾਦਸ਼ਾਹ ਸ਼ਾਹਜਹਾਨ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਫਿਰ ਪਾਤਸ਼ਾਹ ਜੀ ਨਾਲ ਦੁਬਾਰਾ ਯੁੱਧ ਨਹੀਂ ਕੀਤਾ। 4 ਜੰਗ ਕੀਤੇ, ਭਾਵੇਂ ਵੱਡੀ, ਚੌਥੀ ਜੰਗ ਦੇ ਵਿੱਚ ਇੱਕ ਮਾਰੀ ਗਈ ਹੈ। ਇੰਨਾ ਵੱਡਾ ਨੁਕਸਾਨ ਹੋ ਕੇ ਬਾਦਸ਼ਾਹ ਬੈਠ ਜਾਣਾ ਇੱਕ ਬਹੁਤ ਵੱਡੀ ਗੱਲ ਹੈ। ਹੁਣ ਇੱਧਰ ਬਾਦਸ਼ਾਹ ਧੰਨ ਗੁਰੂ ਸਹਿਤ ਗੁਰੂ ਘਰ ਦਾ ਜਿਹੜਾ ਇਤਿਹਾਸ ਹੈ, 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ, 6ਵੇਂ ਪਾਤਸ਼ਾਹ ਜੀ ਜਿਵੇਂ ਉੱਥੇ ਪਹੁੰਚੇ ਹੋਏ ਹਨ, ਗੁਰੂ ਘਰ ਦੀ ਜੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਪਹੁੰਚੇ ਹਨ। ਬਾਬਾ ਗੁਰਦਿੱਤਾ ਜੀ ਨੇ ਇਹ ਨਗਰ ਵਸਾਇਆ ਸੀ। 6ਵੇਂ ਪਾਤਸ਼ਾਹ ਜੀ ਪਾਤਸ਼ਾਹ ਜੀ ਇੱਥੇ ਆ ਗਏ ਹਨ ਤੇ ਧਰਤੀ ਦੀ ਸ਼ੋਭਾ ਦੁੱਗਣੀ ਚੌਗਣੀ ਹੋ ਗਈ ਹੈ। ਜਦੋਂ ਦੇ ਪਾਤਸ਼ਾਹ ਜੀ ਇੱਥੇ ਆ ਗਏ ਹਨ, ਕਹਿਣ ਲੱਗੇ ਕਿ ਹੁਣ ਵੱਡੀ ਗਿਣਤੀ ਦੇ ਚੱਲ ਕੇ ਆਉਂਦੀ ਹੈ ਤੇ ਹੋਰ ਪਾਤਸ਼ਾਹ ਜੀ ਨੇ ਬਹੁਤ ਸੋਹਣੇ ਨਵੇਂ ਜਿਹੜੇ ਘਰ ਹਨ ਉੱਥੇ ਵਸਾ ਦਿੱਤੇ। ਨਗਰ ਹੋਰ ਵੱਡਾ ਹੋ ਗਿਆ। ਗੁਰੂ ਕੇ ਸਿੱਖ ਤੇ ਅਨੇਕ ਸੰਤ ਪਾਤਸ਼ਾਹ ਜੀ ਇੱਥੇ ਆਏ ਰਹੇ। ਉਹ ਮਹਾਂਪੁਰਾਂ ਦੇ ਦੀਦਾਰ ਪ੍ਰਾਪਤ ਕਰਕੇ ਬੜੇ ਖੁਸ਼। ਅਨੇਕਾਂ ਜਾਨਵਰਾਂ ਦਾ ਉਧਾਰ ਕੀਤਾ ਹੈ ਪਾਤਸ਼ਾਹ ਜੀ ਨੇ। ਔਰ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਜਿਹੜੀ ਧਰਤੀ ਹੈ, ਉਹ ਬਾਕੀ ਗੁਰੂ ਧਾਮਾਂ ਦੇ ਵਾਂਗ ਬੜੀ ਸਿੱਖ ਧਰਮ ਦੇ ਵਿੱਚ ਮਹਾਨ ਹੋ ਗਈ ਹੈ। ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿੱਥੇ ਸਤਿਗੁਰੂ ਜੀ ਚਰਨ ਪਾ ਦੇਣ, ਜਿਸ ਜਗ੍ਹਾ 'ਤੇ ਜਾ ਕੇ ਪਾਤਸ਼ਾਹ ਜੀ ਬੈਠ ਜਾਣ, ਉਹ ਜਗ੍ਹਾ ਸੁਹਾਵਣੀ ਸੋਹਣੀ ਸ਼ੋਭਨੀਕ ਹੋ ਜਾਂਦੀ ਹੈ। ਦੇਖੋ ਇੱਥੇ ਸਤਿਗੁਰਾਂ ਨੇ ਜੇ ਚਰਨ ਪਾਏ, ਪੰਚਮ ਪਾਤਸ਼ਾਹ ਜੀ ਨੇ ਤੇ 6ਵੇਂ ਪਾਤਸ਼ਾਹ ਜੀ ਨੇ, ਇਹ ਨਗਰੀ ਭਾਗਾਂ ਵਾਲੀ ਹੋ ਗਈ ਹੈ ਤੇ ਬੇਅੰਤ ਸੰਗਤ ਇੱਥੇ ਪਹੁੰਚਦੀ ਹੈ। ਰੌਣਕਾਂ ਲੱਗ ਗਈਆਂ, ਸੁਹਾਵਣੀ ਹੋ ਗਈ ਹੈ ਜਗ੍ਹਾ। ਇਸੇ ਤਰ੍ਹਾਂ ਜਿੱਥੇ ਜਿੱਥੇ ਪਾਤਸ਼ਾਹ ਜੀ ਜਾ ਕਰਕੇ ਬੈਠੇ, ਉਹ ਜਗ੍ਹਾ ਪਵਿੱਤਰ ਹੋ ਗਈ ਹੈ। ਉੱਥੇ ਸੁੰਦਰ ਗੁਰੂ ਧਾਮ ਬਣੇ ਹੋਏ ਹਨ ਤੇ ਅਨੇਕਾਂ ਜੀਵਾਂ ਦਾ ਅੱਜ ਵੀ ਭਲਾ ਹੋ ਰਿਹਾ ਹੈ। ਕਹਿਣ ਲੱਗੇ ਹੁਣ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ। ਔਰ ਜੀ ਨੇ ਔਰ ਕਰਦੇ ਸਨ। ਉਹ ਫਿਰ ਕੁਝ ਮਹੀਨਿਆਂ ਬਾਅਦ ਸੰਗਤਾਂ ਦੇ ਵਿੱਚ, ਸੰਗਤਾਂ ਦੇ ਕੋਲੋਂ ਦਾ ਸੰਬੰਧ ਭੇਟਾਵਾਂ ਇਕੱਠੀਆਂ ਕਰ ਕਰਕੇ ਸਾਰੇ ਪਾਸਿਆਂ ਤੋਂ ਕਾਰ ਵੱਡੀ ਜਿਹੜੀ ਸੇਵਾ ਹੈ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਤੇ ਸਤਿਗੁਰੂ ਜੀ ਉਸ ਵੇਲੇ ਜਿੱਥੇ ਜਿੱਥੇ ਵੀ ਪਾਤਸ਼ਾਹ ਜੀ ਫਿਰ ਰਹਿੰਦੇ ਸਨ, ਉਹਨਾਂ ਪੈਸਿਆਂ ਦੇ ਨਾਲ ਉਹਨਾਂ ਨਗਰਾਂ ਨੂੰ ਵਸਾਇਆ, ਨਗਰਾਂ ਦਾ ਵਿਕਾਸ ਕੀਤਾ, ਜਿਸ ਤਰ੍ਹਾਂ ਅੱਜ ਸਰਕਾਰਾਂ ਕਰਦੀਆਂ ਹਨ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਨਗਰ ਵਸਾ ਰਹੇ ਹਨ ਤੇ ਆਪ ਹੀ ਸੋਹਣੇ ਤਰੀਕੇ ਨਾਲ ਉਹਨਾਂ ਦਾ ਪ੍ਰਬੰਧ ਚਲਾ ਰਹੇ ਹਨ। ਸੋਹਣੇ ਢੰਗ ਦੇ ਨਾਲ ਘਰ ਬਣਵਾਉਂਦੇ ਹਨ, ਬਾਜ਼ਾਰ ਬਣਾਉਂਦੇ ਹਨ। ਜਿਸ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਹ ਸ਼ਹਿਰ ਵਸਾਇਆ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਤੇ ਬਹੁਤ ਵੱਡੀਆਂ ਸੰਗਤਾਂ ਦੀਆਂ ਭੇਟਾਵਾਂ ਦੇ ਨਾਲ ਇੱਥੇ 52 ਖਿੱਤਿਆਂ ਦੇ ਲੋਕ ਲਿਆਂਦੇ ਗਏ।
ਔਰ ਉਹਨਾਂ ਨੂੰ ਧਨ ਦੌਲਤ ਦਿੱਤਾ ਗਿਆ, ਉਹਨਾਂ ਨੂੰ ਘਰ, ਉਹਨਾਂ ਨੂੰ ਬਾਜ਼ਾਰ ਬਣਾ ਕਰਕੇ, ਦੁਕਾਨਾਂ ਬਣਾ ਕਰਕੇ ਦਿੱਤੀਆਂ। ਇਸੇ ਤਰ੍ਹਾਂ ਸਤਿਗੁਰੂ ਜੀ ਵੀ ਜਿਹੜੇ ਜਿਹੜੇ ਨਗਰ ਵਸਾ ਰਹੇ ਹਨ ਉੱਥੇ, ਤਾਂ ਕਿ ਲੋਕ ਇਕੱਠੇ ਹੋ ਕੇ ਰਹਿਣ, ਰੌਣਕਾਂ ਲੱਗਣ ਅਤੇ ਸੁੰਦਰ ਆਬਾਦੀ ਹੋਵੇ। ਪਾਤਸ਼ਾਹ ਜੀ ਵੀ ਆਰੀ ਜਿਹੜੀ ਭੇਟਾ ਉਹਨੂੰ ਲਾ ਕਰਕੇ ਕਈ ਤਰ੍ਹਾਂ ਦੇ ਕਾਰੋਬਾਰ ਚਲਾ ਕਰਕੇ ਸੰਗਤਾਂ ਨੂੰ ਦਿੰਦੇ ਹਨ। ਸੋਹਣੇ ਨਗਰ ਤੇ ਗੁਰਧਾਮ ਬਣਾਉਂਦੇ ਹਨ ਤੇ ਦਿਨ ਬਰ ਦਿਨ ਵੱਡੀ ਗਿਣਤੀ ਦੇ ਵਿੱਚ ਦੌਲਤ ਧਨ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਦਾ ਹੈ। ਔਰ ਫਿਰ ਸਵੇਰੇ ਤੇ ਸ਼ਾਮ ਬਹੁਤ ਵੱਡੀ ਗਿਣਤੀ ਵਿੱਚ ਲੰਗਰ ਗੁਰੂ ਘਰ ਦੇ ਵਿੱਚ ਤਿਆਰ ਹੋ ਰਿਹਾ ਹੈ। ਵੱਡੀ ਗਿਣਤੀ 'ਚ ਸੰਗਤ ਆਉਣੀ ਆਰੰਭ ਹੋ ਗਈ ਹੈ। ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਤਿਗੁਰਾਂ ਦੀ ਬਹੁਤ ਵੱਡੀ ਸੋਭਾ ਵਡਿਆਈ ਕੀਰਤੀ ਹੋਈ ਹੈ ਅਤੇ ਸੰਗਤ ਦੀ ਆਵਾ ਜਾਣਾ ਬਹੁਤ ਜ਼ਿਆਦਾ ਵੱਧ ਗਿਆ ਹੈ। ਹੁਣ ਸਤਿਗੁਰੂ ਜੀ ਮਾਹੌਲ ਨੂੰ ਦੇਖਦਿਆਂ ਹੋਇਆ, ਕਿਉਂਕਿ ਜਿਹੜਾ ਸਮਾਂ ਹੈ ਸਤਿਗੁਰਾਂ ਤੱਕ ਵੀ ਖਬਰ ਪਹੁੰਚ ਗਈ ਹੈ ਕਿ ਬਾਦਸ਼ਾਹ ਵੀ ਹੁਣ ਸ਼ਾਂਤ ਹੋ ਗਿਆ ਹੈ ਔਰ ਅਗਾਂਹ ਜੰਗ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਕਹਿਣ ਲੱਗੇ ਫਿਰ ਪਾਤਸ਼ਾਹ ਜੀ ਨੇ ਫਿਰ ਹੁਣ ਬਹੁਤਾ ਸਮਾਂ ਜਿਹੜਾ ਉਹ ਪ੍ਰਚਾਰ ਵਾਲੇ ਪਾਸੇ ਹੀ ਲਾਇਆ ਹੈ। ਸਤਿਗੁਰੂ ਜੀ ਬੜੇ ਪਹਿਲਾਂ ਜਿੱਥੇ ਜੰਗ ਦੇ ਅਭਿਆਸ ਬਹੁਤ ਤੇਜ਼ੀ ਦੇ ਨਾਲ ਸ਼ਸਤਰ ਘੜੇ ਜਾਂਦੇ ਸਨ, ਬਣਾਏ ਜਾਂਦੇ ਸਨ, ਬੜੇ ਘਾੜੂ ਲਾਏ ਜਾਂਦੇ ਸਨ ਅਤੇ ਘੋੜੇ ਖਰੀਦੇ ਜਾਂਦੇ ਸਨ, ਵਪਾਰੀ ਸੈਨਾ ਭਰਤੀ ਕੀਤੀ ਜਾਂਦੀ ਹੈ, ਜਿੱਥੇ ਇਸ ਤਰ੍ਹਾਂ ਦੇ ਜੁਝਾਰੂ ਕਾਰਜ ਵਧੇਰੇ ਹੁੰਦੇ ਹਨ। ਉੱਥੇ ਜਦੋਂ ਹੁਣ ਸ਼ਾਂਤੀ ਬਣੀ ਹੈ ਕੀਰਤਪੁਰ ਸਾਹਿਬ ਦੀ, ਜੰਗ ਉਦਵੇਗ ਕਹਿਣ ਲੱਗੇ ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਵਾਲੀ ਬਿਰਤੀ ਨੂੰ ਛੱਡਿਆ ਹੈ ਔਰ ਬੜੀ ਸ਼ਾਂਤੀ ਦੇ ਨਾਲ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਉਹ ਕਰ ਰਹੇ ਹਨ। ਤੇ ਗੁਰੂ ਘਰ ਦੇ ਵਿੱਚ ਬਹੁਤ ਤਗੜਾ ਇੱਕ ਜਿਸ ਤਰ੍ਹਾਂ ਮੇਲਾ ਲੱਗਿਆ ਹੁੰਦਾ ਹੈ, ਇੰਨੀ ਵੱਡੀ ਗਿਣਤੀ 'ਚ ਸੰਗਤ ਆਉਣੀ ਆਰੰਭ ਹੋ ਗਈ ਹੈ। ਤੇ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਸੰਗਤਾਂ ਦੀ ਆਤਮਿਕ ਜਿਹੜੀ ਭੁੱਖ ਹੈ ਉਹ ਬੁਝ ਰਹੀ ਹੈ, ਸੰਗਤਾਂ ਦਾ ਉਧਾਰ ਹੋ ਰਿਹਾ ਹੈ। ਪਾਤਸ਼ਾਹ ਜੀ ਦੇ ਦੀਦਾਰ ਕਰਕੇ ਜੀਵਨ ਸਫਲ ਕਰਦੀਆਂ ਹਨ ਤੇ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ, ਗੁਰੂਆਂ ਦੇ ਪ੍ਰਸੰਗ, ਪਰਮੇਸ਼ਰ ਦੇ ਘਰ ਦੀਆਂ ਤੇ ਸੰਗਤ ਗੁਰੂ ਕੇ ਚਰਨ ਸਮਾਧੀਆਂ ਲਾ ਕਰ ਸੇਵਾ ਹੁੰਦੀ ਹੈ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸੰਗਤ ਆਪਣਾ ਜੀਵਨ ਸਫਲ ਕਰਦੀ ਹੈ ਔਰ ਸਾਰਿਆਂ ਗੁਰੂ ਕੀਰਤਨ ਸੁਣ ਕੇ ਸਾਰਿਆਂ ਦੇ ਜੀਵਨ ਸਫਲ ਹੋ ਗਏ। ਅੰਦਰਲੀ ਜਿਹੜੀ ਮੈਲ ਹੈ ਉਹ ਖਤਮ ਹੋਈ ਔਰ ਪਵਿੱਤਰ ਨਿਰਮਲ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਰੋਜ਼ਾਨਾ ਦੀ ਤਰ੍ਹਾਂ ਲਗਾ ਕਰਕੇ ਸਤਿਗੁਰੂ ਜੀ ਬੈਠੇ ਹੋਏ ਸਨ ਔਰ ਦੂਰ ਤੋਂ ਚੱਲ ਕੇ ਦੋ ਸਨੇਹਗਾਰ, ਦੋ ਗੁਰੂ ਘਰ ਦੇ ਸੇਵਕ ਦੂਰ ਤੋਂ ਚੱਲ ਕੇ ਆਏ ਹਨ। ਇਹ ਉਹ ਇਲਾਕਾ ਹੈ ਭਾਰਤ ਦਾ ਦੱਖਣ ਵਾਲਾ ਪਾਸਾ, ਅੱਗੇ ਲੰਕਾ ਵਾਲਾ ਪਾਸਾ, ਜਿੱਧਰਲੇ ਪਾਸੇ ਕਦੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਲੰਕਾ ਸੰਗਲਾਦੀਪ ਵਾਲੇ ਪਾਸੇ ਰਾਜ ਔਰ ਪਾਤਸ਼ਾਹ ਜੀ ਉੱਥੇ ਲੰਬਾ ਉੱਥੇ ਰਹਿ ਕਰਕੇ ਧਰਮਸ਼ਾਲਾ ਪਾਈਆਂ ਗਈਆਂ ਸਨ, ਜਿਨ੍ਹਾਂ ਨੂੰ ਆਪਾਂ ਹੁਣ ਦੇ ਸਮੇਂ ਦੇ ਵਿੱਚ ਤੇ ਉੱਥੇ ਬੈਠ ਕੇ ਪਾਤਸ਼ਾਹ ਜੀ ਨੇ ਕੀਰਤੀ ਕਰਵਾਈ, ਗਿਆਨ ਬਖਸ਼ਿਆ, ਬਹੁਤ ਵੱਡੀ ਗਿਣਤੀ 'ਚ ਸਿੱਖ ਬਣਾਏ ਸਨ ਤੇ ਉਹ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਸਨ, ਬਾਣੀ ਪੜ੍ਹਦੇ ਹਨ, ਕੁਝ ਬਾਣੀਆਂ ਉਹਨਾਂ ਦੇ ਕੋਲ ਹਨ ਤੇ ਸਤਿਗੁਰੂ ਜੀ ਉੱਥੇ ਰਹੇ ਤੇ ਰਾਜਾ ਵੀ ਸਤਿਗੁਰਾਂ ਦਾ ਸੇਵਕ ਹੋਇਆ। ਫਿਰ ਰਾਜੇ ਨੇ ਵੀ ਲੰਮਾ ਸਮਾਂ ਪ੍ਰਚਾਰ ਕੀਤਾ, ਗਾਂ ਉਹਦੇ ਬਣਾਏ ਹੋਏ ਜਿਹੜੇ ਪ੍ਰਚਾਰਕ ਉਹਨਾਂ ਨੇ ਵੀ ਪ੍ਰਚਾਰ ਕੀਤਾ। ਤੋਂ ਚੱਲ ਕੇ
ਪੁੱਛਦੇ ਗਿੱਛਦੇ ਕੀਰਤਪੁਰ ਸਾਹਿਬ ਜੀ ਦੀ ਛੇਵੇਂ ਸਤਿਗੁਰਾਂ ਵੰਦਨ ਤਲ ਦੀਨ ਅਗਾਰੀ ਔਰ ਹਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੰਦਨਾ ਕੀਤੀ ਹੈ ਔਰ ਆਪਣੇ ਬਾਰੇ ਬੜੇ ਪਿਆਰ ਦੇ ਨਾਲ ਦੱਸਦੇ ਹਨ। ਬੋਲ ਸੋ ਪਠੀ ਹਕੀਕਤ ਸਾਰੀ ਕੇ ਆਏ ਹਨ ਸੰਗਤਾਂ ਦੇ ਦੁਆਰਾ, ਉੱਥੋਂ ਦੇ ਗੁਰਸਿੱਖਾਂ ਦੇ ਦੁਆਰਾ ਲਿਖੀ ਹੋਈ ਉਹ ਸਾਰੀ ਖੋਲ੍ਹ ਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਖੜ ਕੇ ਉਹ ਸੁਣਾਉਂਦੇ ਹਨ ਕਿ ਪਾਤਸ਼ਾਹ ਸੰਗਤ ਬੜੇ ਭਾਵਨ ਕਰ ਰਹੀ ਹੈ ਔਰ ਚਿੱਠੀ ਦੇ ਵਿੱਚ ਤੁਸੀਂ ਪ੍ਰੇਮ ਦੇ ਵਸ ਦੇ ਵਿੱਚ ਰਹਿੰਦੇ ਹੋ, ਤੁਸੀਂ ਪ੍ਰੇਮੀਆਂ ਦੇ ਵਸ ਦੇ ਵਿੱਚ ਹੋ। ਜਿਸ ਤਰ੍ਹਾਂ ਕਦੇ ਰਾਜੇ ਪ੍ਰੇਮ ਦੇ ਵਿੱਚ ਖਿੱਚੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਉਧਰਲੇ ਪਾਸੇ ਚਲੇ ਗਏ ਸਨ। ਜਦੋਂ ਰਾਜੇ ਨੇ ਯਾਦ ਕੀਤਾ ਸੀਗਾ ਭਾਈ ਮਨ ਸੁਖ ਦੇ ਕੋਲੋਂ ਗੁਰੂ ਘਰ ਦੀ ਕੀਰਤੀ ਸੁਣ ਕੇ ਤੇ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸ਼ਰਧਾਲੂ ਬਣ ਗਿਆ, ਦਿਨ ਰਾਤ ਸਤਿਗੁਰਾਂ ਨੂੰ ਯਾਦ ਕਰਦਾ ਸੀਗਾ। ਤੇ ਗੁਰੂ ਨਾਨਕ ਦੇਵ ਜੀ ਉੱਥੇ ਗਏ, ਲੰਮਾ ਸਮਾਂ ਉੱਥੇ ਰਹੇ, ਰਾਜੇ ਨੂੰ ਤਾਰਿਆ, ਬੇਅੰਤ ਸੰਗਤਾਂ ਨੂੰ ਤਾਰਿਆ ਹੈ। ਉਦੋਂ ਤੋਂ ਸੰਗਤ ਕਹਿ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਔਰ ਉਹ ਪ੍ਰੇਮ ਦੇ ਵਸ ਦੇ ਵਿੱਚ ਰਹੇ ਹਨ। ਜਿਹੜਾ ਕੋਈ ਭਾਵਨਾ ਦੇ ਨਾਲ ਉਹਨੂੰ ਯਾਦ ਕਰਦਾ ਹੈ ਪਾਤਸ਼ਾਹ ਜੀ ਦੇ ਦੀਦਾਰ ਬਖਸ਼ੋ। ਔਰ ਇਹ ਜਿਹੜਾ ਦੇਸ਼ ਹੈ ਨਾ, ਇਹ ਤੋਂ ਤੁਹਾਡੇ ਦਾਸ ਹਨ ਔਰ ਦਿਨ ਰਾਤ ਤੁਹਾਨੂੰ ਯਾਦ ਕਰ ਰਹੇ ਗੁਰੂ ਪਿਆਰੇ ਸਨ ਇਸ ਬਖਸ਼ਿਆ। ਤੇ ਉਹਨਾਂ ਤੋਂ ਬਾਅਦ ਲੰਮਾ ਸਮਾਂ ਧੰਨ ਗੁਰੂ ਹਰ ਤੇ ਇੱਧਰ ਇਹਨਾਂ ਦੀਆਂ ਵੀ ਪੀੜ੍ਹੀਆਂ ਬਦਲ ਚੁੱਕੀਆਂ ਹਨ ਔਰ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀ ਹੈ। ਅਗਾਂਹ ਆਪਣੇ ਪਿਤਾ ਦਾਦਿਆਂ ਤੋਂ ਸੁਣ ਸੁਣ ਕੇ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦੀ ਹੈ ਤੇ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ। ਤੇ ਕਿੰਨਾ ਮਨ ਦੇ ਵਿੱਚ ਚਾਉ ਹੈ, ਸ਼ਰਧਾ ਹੈ। ਹੁਣ ਸੰਗਤ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕਰ ਰਹੀ ਹੈ ਔਰ ਚਿੱਠੀ ਦੇ ਵਿੱਚ ਲਿਖਿਆ ਹੋਇਆ ਹੈ, ਇਹੋ ਸਭ ਦੇਸ਼ ਦਾਸ ਗੁਰ ਘੇਰਾ। ਇਹ ਜਿਹੜਾ ਸਾਡਾ ਦੇਸ਼ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਆਪਾਂ ਪਹਿਲਾਂ ਵੀ ਬਚਨ ਸਾਂਝਾ ਕਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਰਾਜਾ ਸ਼ਿਵਨਾਭ ਬਣਿਆ ਤੇ ਰਾਜਾ ਸ਼ਿਵਨਾਭ ਨੂੰ ਫਿਰ ਪਾਤਸ਼ਾਹ ਦੇ ਦਰਸ਼ਨਾਂ ਦੀ ਸਾਰੀ ਸੰਗਤ, ਹੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਦਰਸ਼ਨ ਦੀਦਾਰ ਕਰਨਾ ਚਾਹੁੰਦੀ ਹੈ। ਤੇ ਸੰਗਤ ਦੇ ਮਨ ਦੇ ਵਿੱਚ ਇੱਛਾ ਹੈ ਕਿ ਸਾਡੇ ਘਰ, ਸਾਡੇ ਨਗਰ, ਸਾਡਾ ਜਿਹੜਾ ਦੇਸ਼ ਹੈ ਉਹ ਜਿਸ ਤਰ੍ਹਾਂ ਕਦੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਚਰਨ ਪਾ ਕਰਕੇ ਪਵਿੱਤਰ ਕਰ ਦਿੱਤਾ, ਨਿਹਾਲ ਕਰ ਦਿੱਤਾ। ਫਿਰ ਪਾਤਸ਼ਾਹ ਜੀ ਲੰਮਾ ਸਮਾਂ ਹੋ ਗਿਆ ਹੈ, ਹੁਣ ਛੇਵੇਂ ਪਾਤਸ਼ਾਹ ਜੀ ਆਉਣ ਤੇ ਆ ਕਰਕੇ ਫਿਰ ਇਸ ਧਰਤੀ ਨੂੰ ਭਾਗ ਲਾਵਣ ਜੀ। ਔਰ ਜਦੋਂ ਮਾਲਿਕ ਜੀ ਜਦੋਂ ਤੁਹਾਡੇ ਇੱਥੇ ਚਰਨ ਪੈਣਗੇ ਤੇ ਸੰਗਤ ਲੋਕ ਵਾਲੇ ਹੋ ਜਾਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਬਚਨ ਸੁਣ ਕਰਕੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਚਿੱਠੀ ਦੇ ਵਿੱਚ ਬੜਾ ਪਿਆਰ ਸੰਗਤ ਕੀਤਾ ਗਿਆ ਹੈ। ਚਿੱਠੀ ਪੜ੍ਹ ਕੇ ਸੁਣਾਈ ਗਈ ਹੈ ਕਿ ਸਤਿਗੁਰੂ ਜੀ ਨਿਹਾਲ ਔਰ ਬੜੇ ਮੁਸਕਰਾਏ ਹਨ ਔਰ ਸਤਿਗੁਰਾਂ ਨੇ ਵਿਚਾਰਿਆ ਹੈ, ਕਿਉਂਕਿ ਸਭ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੈ, ਪਰ ਹੁਣ ਸਤਿਗੁਰਾਂ ਨੇ ਸ਼ਸਤਰ ਧਾਰਨ ਕਰ ਲਏ ਹਨ।
ਤਕਰੀਬਨ 4 ਵੱਡੇ ਯੁੱਧ ਲੜੇ ਹਨ। ਸਮਾਂ ਪਾਤਸ਼ਾਹ ਜੀ ਨੇ ਪੰਜਾਬ ਦੇ ਵਿੱਚ ਮਾਝੇ ਮਾਲਵੇ ਦੇ ਵਿੱਚ ਰਹਿਣਾ ਹੀ ਜ਼ਿਆਦਾ ਠੀਕ ਸਮਝਿਆ ਹੈ। ਸਤਿਗੁਰੂ ਜੀ ਇੱਥੇ ਰਹਿ ਸੈਨਿਕ ਨਾਲ ਰੱਖੇ। ਔਰ ਜਿਸ ਤਰ੍ਹਾਂ ਆਪਾਂ ਕਈ ਵਾਰੀ ਬਚਨ ਸਾਂਝਾ ਕਰਦੇ ਹਾਂ ਕਿ ਦੇਖੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੂਟਾ ਲਾਇਆ ਹੈ। ਜਿਸ ਤਰ੍ਹਾਂ ਆਪਾਂ ਇੱਕ ਛੋਟਾ ਜਿਹਾ ਪੌਦਾ ਲਾ ਲੈਂਦੇ ਨਾ ਘਰਾਂ ਦੇ, ਇੱਕ ਛੋਟਾ ਜਿਹਾ ਬੂਟਾ ਜਦੋਂ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ, ਜੇ ਨਾ ਪਾੜ ਕੀਤੀ ਹੋਵੇ ਤੇ ਕਈ ਵਾਰੀ ਕੋਈ ਅਵਾਰਾ ਡੰਗਰ ਪਸ਼ੂ ਉਜਾੜ ਦਿੰਦੇ ਹਨ, ਤੋੜ ਦਿੰਦੇ ਹਨ, ਸੁੱਟ ਦਿੰਦੇ ਹਨ। ਇਸ ਕਰਕੇ ਵਾੜ ਲਾਉਣੀ। ਗੁਰੂ ਨਾਨਕ ਸਾਹਿਬ ਜਿਹੜੀ ਇਹ ਸਿੱਖੀ ਦੇ ਬੂਟੇ ਲਾ ਕੇ ਗਏ ਸਨ। 6ਵੇਂ ਪਾਤਸ਼ਾਹ ਜੀ ਨੇ, 5ਵੇਂ ਪਾਤਸ਼ਾਹ ਜੀ ਜਦੋਂ ਸ਼ਹੀਦ ਹੋ ਗਏ, ਸ਼ਾਂਤੀ ਦੇ ਵਿੱਚ ਰਹੇ। ਸਤਿਗੁਰਾਂ ਨੇ ਫਿਰ ਜਾਣਿਆ ਕਿ ਹੁਣ ਸ਼ਸਤਰ ਚੁੱਕਣੇ ਪੈਣਗੇ। ਸ਼ਸਤਰਾਂ ਤੋਂ ਬਿਨਾਂ ਲਾਇਆ ਹੋਇਆ ਬੂਟਾ ਹੈ ਨਾ, ਇਹ ਸੁਰੱਖਿਅਤ ਨਹੀਂ ਹੈ। ਸਤਿਗੁਰਾਂ ਨੇ ਸ਼ਸਤਰ ਪਹਿਨ ਲਏ ਔਰ ਫਿਰ ਜੰਗ ਯੁੱਧ ਕੀਤੇ ਤੇ ਜਿਹੜਾ ਵੀ ਜ਼ਾਲਮ ਚੜ੍ਹ ਕੇ ਆਇਆ ਉਹਦਾ ਨਾਸ਼ ਕੀਤਾ ਸੀਗੇ। ਇੱਕ ਹਾਲਾਤ ਸਨ ਜਿਹਦਾ ਕਰਕੇ ਫਿਰ ਪਾਤਸ਼ਾਹ ਜੀ ਨੇ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, 2 ਤਲਵਾਰਾਂ ਪਹਿਨ ਲਈਆਂ ਸਨ। ਹੁਣ ਹਾਲਾਤ ਐਸੇ ਸਨ, ਬਾਦਸ਼ਾਹ ਦੇ ਨਾਲ 4 ਜੰਗ ਹੋਏ ਹਨ। ਗਰੀਬ ਨਿਵਾਜ ਨੇ ਵਿਚਾਰਿਆ ਹੈ, ਸਮਾਂ ਵਿਚਾਰਿਆ ਹੈ ਤੇ ਉਸ ਵੇਲੇ ਦੇਸ਼ ਦੂਰ ਬਹੁ ਕਿਤ ਕੋ ਜਾਏ, ਇਤਨੀ ਦੂਰ ਦੇਸ਼ ਦੇ ਵਿੱਚ ਬੜਾ ਸਮਾਂ ਲੱਗ ਜਾਏਗਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਰਹੇ ਹਨ। ਔਰ ਫਿਰ ਪਾਤਸ਼ਾਹ ਜੀ ਨੇ ਆਪਣਾ ਅਨਨ ਪਿਆਰਾ ਸੇਵਕ ਬਾਬਾ ਵਿਧੀ ਚੰਦ, ਕਿਉਂਕਿ ਧੰਨ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਸਤਿਗੁਰਾਂ ਨੇ ਮੰਜੀਦਾਰ ਥਾਪੇ ਸਨ। ਉਹਨਾਂ ਦੀਆਂ ਡਿਊਟੀਆਂ ਲਾਈਆਂ ਸਨ ਕਿ ਭਾਈ ਗੁਰੂ ਨਾਨਕ ਸਾਹਿਬ ਜੀ ਜਿੱਥੇ ਜਿੱਥੇ ਗਏ, ਦੂਰ ਨੇੜੇ ਉੱਥੇ ਜਾ ਕਰਕੇ ਦੁਬਾਰਾ ਸੰਗਤਾਂ ਦੀ ਸਾਰ ਤੁਸੀਂ ਲਓ, ਉਹਨਾਂ ਇਲਾਕਿਆਂ ਦੇ ਵਿੱਚ ਪ੍ਰਚਾਰ ਕਰੋ। ਤੇ ਇਹ ਮੰਜੀਦਾਰ ਸਨ ਜਿਨ੍ਹਾਂ ਦੇ ਜ਼ਰੀਏ ਗੁਰੂ ਘਰ ਦਾ ਤੇ ਸੰਗਤਾਂ ਦਾ ਸੰਬੰਧ ਆਪਸ ਵਿੱਚ ਬਣਿਆ ਰਿਹਾ ਹੈ। ਤੇ ਉਸ ਤੋਂ ਬਾਅਦ ਫਿਰ ਮਸੰਦ ਥਾਪ ਦਿੱਤੇ। ਮਸੰਦ ਦਾ ਅਰਥ ਸੀਗਾ ਪ੍ਰਚਾਰਕ, ਮਸੰਦ ਦਾ ਅਰਥ ਸੀਗਾ ਜਥੇਦਾਰ। ਇਹ ਵੀ ਫਿਰ ਲੰਮਾ ਸਮਾਂ ਬਾਅਦ ਵਿੱਚ ਗੁਰੂ ਘਰ ਦਾ ਪ੍ਰਚਾਰ ਦੂਰ ਨੇੜੇ ਦੇਸ਼ਾਂ ਵਿਦੇਸ਼ਾਂ ਤੱਕ ਕਰਦੇ ਰਹੇ। ਭਾਵੇਂ ਗੁਰੂ ਸਾਹਿਬਾਨ ਆਪ ਦੂਰ ਨੇੜੇ ਨਹੀਂ ਗਏ, ਪਰ ਇਹਨਾਂ ਦੇ ਰਾਹੀਂ ਸੰਗਤਾਂ ਦੇ ਨਾਲ ਸੰਪਰਕ ਜਿਹੜਾ ਹੈ ਗੁਰੂ ਘਰ ਦਾ। ਹੁਣ ਕਿਹੜੇ ਗੁਰੂ ਹਨ, ਕਿਹੜੇ ਕਿਹੜੇ ਨਗਰ ਵਸਾਏ ਗਏ ਹਨ ਤੇ ਕੀ ਧਰਮ ਦੀ ਵਿਚਾਰਧਾਰਾ ਹੈ, ਰੂਪ ਰੇਖਾ ਹੈ, ਉਹਦੇ ਬਾਰੇ ਸਾਰੀ ਸੰਗਤਾਂ ਤੱਕ ਮਸੰਦ ਪਹੁੰਚਾਉਂਦੇ ਸਨ। ਇਸ ਤਰੀਕੇ ਨਾਲ ਪ੍ਰੇਮ ਬਣਿਆ ਹੋਇਆ ਹੈ ਗੁਰੂ ਘਰ ਦੇ ਨਾਲ ਸੰਗਤਾਂ ਦਾ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਪਾਤਸ਼ਾਹ ਜੀ ਨੇ ਫਿਰ ਵਿਧੀ ਚੰਦ ਕੀ ਦਿਸ਼ਾ ਨਿਹਾਰਾ। ਸਤਿਗੁਰਾਂ ਨੇ ਬਾਬਾ ਵਿਧੀ ਚੰਦ ਜੀ ਵੱਲ ਪਾਸ ਦੇਖਿਆ ਹੈ ਤੇ ਵਿਚਾਰਿਆ ਹੈ ਕਿ ਬਾਬਾ ਵਿਧੀ ਚੰਦ ਜੀ ਨੂੰ ਉਸ ਇਲਾਕੇ ਦੇ ਵਿੱਚ ਭੇਜਣਾ ਚਾਹੀਦਾ ਹੈ। ਔਰ ਇਹ ਕਰਕੇ ਇਹ ਜਾ ਕਰਕੇ ਸੰਗਤ ਦੀ ਖਬਰ ਸਾਰ ਲੈਣਗੇ, ਪ੍ਰਚਾਰ ਕਰਨਗੇ, ਗੁਰੂ ਘਰ ਦੇ ਨਾਲ ਜੋੜਨਗੇ। ਹੁਣ ਸਤਿਗੁਰਾਂ ਨੇ ਬਾਬਾ ਵਿਧੀ ਚੰਦ ਜੀ ਨੂੰ ਉਧਰ ਇਲਾਕੇ ਦੇ ਵਿੱਚ ਭੇਜਣ ਵਾਸਤੇ ਬਚਨ ਕੀਤਾ ਹੈ। ਹੇ ਬਾਬਾ ਵਿਧੀ ਚੰਦ, ਤੁਸੀਂ ਬੜੇ ਗੁਰੂ ਘਰ ਦੇ ਅਨੰਨ ਪਿਆਰੇ ਸੇਵਕ ਹੋ। ਇਹ ਵਿੱਚ ਤੇ ਸਾਡੇ ਵਿੱਚ ਬਹੁਤਾ ਫਰਕ ਨਹੀਂ ਹੈ, ਕੋਈ ਬਹੁਤਾ ਭੇਦ ਨਹੀਂ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪਿਆਰ ਦੇ ਨਾਲ ਬਾਬਾ ਵਿਧੀ ਚੰਦ ਜੀ ਨੂੰ ਕੋਲ ਬਿਠਾਇਆ ਹੈ। ਸੰਗਤਾਂ ਯਾਦ ਕਰ ਰਹੀਆਂ ਹਨ। ਇਸ ਕਰਕੇ ਇਹ ਬਾਬਾ ਵਿਧੀ ਚੰਦ, ਸਾਡੀ ਜਗ੍ਹਾ ਤੇ ਤੁਸੀਂ ਜਾਓ, ਪਹੁੰਚੋ ਤਾਹਾਂ ਸਿਦਕ ਲਿਹੋ ਜੋਈ। ਕਹਿਣ ਲੱਗੇ ਫਿਰ ਸੰਗਤਾਂ ਦੇ ਵਿੱਚ ਪ੍ਰੇਮ ਬਣੇਗਾ, ਉਹਨਾਂ ਨੂੰ ਧਰਵਾਸਾ ਹੋਏਗਾ, ਸਿਦਕ ਆਏਗਾ। ਇਸ ਕਰਕੇ ਜਾਣਾ ਜ਼ਰੂਰੀ ਹੈ। ਜਾਓ, ਜਾ ਕਰਕੇ ਗੁਰੂ ਘਰ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਕਰਕੇ ਆਓ ਜੀ। ਤੇ ਸਾਰੀ ਸੰਗਤ ਨੂੰ ਥਾਂ ਥਾਂ ਤੇ ਜਾ ਕਰਕੇ ਦੀਦਾਰ ਦਰਸ਼ਨ ਦੇਣੇ ਹਨ।
ਸਾਰੀ ਸੰਗਤਾਂ ਨੂੰ ਮਿਲਣਾ ਹੈ, ਹਾਲ ਚਾਲ ਜਾਣਨਾ ਹੈ। ਏਕਾਰ ਸੰਭਾਲ ਸੋ ਲੀਜੈ। ਔਰ ਜਿਹੜੀ ਸੰਗਤ ਭਾਵਨਾ ਦੇ ਨਾਲ ਗੁਰੂ ਘਰ ਵਾਸਤੇ ਕੋਈ ਭੇਟਾ ਦਿੰਦੀ ਹੈ, ਕਿਸੇ ਨੇ ਦਸਵੰਧ ਕੱਢਿਆ ਹੈ, ਕੋਈ ਪਹੁੰਚਾਉਣਾ ਚਾਹੁੰਦਾ ਹੈ ਆਪਣੀ ਆਪਣੀ ਭੇਟਾ, ਤੇ ਬੜੇ ਪਿਆਰ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਸੰਗਤ ਦੀ ਜਿਹੜੀ ਇੱਛਾ ਹੈ, ਭਾਵਨਾ ਜਿਹੜੀ ਭੇਟਾ ਹੈ, ਉਹ ਗੁਰੂ ਘਰ ਤੱਕ ਪਹੁੰਚਾਉਣੀ ਹੈ। ਆਇਸ ਕੋ ਬਿਲਕ ਨਾ ਕਰੀ। ਔਰ ਫਿਰ ਬਾਬਾ ਬਿਧੀ ਚੰਦ ਜੀ ਨੇ ਉਸੇ ਵੇਲੇ ਜੈਸਾ ਸਤਿਗੁਰਾਂ ਦਾ ਹੁਕਮ ਹੈ ਔਰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਨੇ ਸੀਸ ਝੁਕਾ ਦਿੱਤਾ, ਆਗਿਆ ਮੰਨੀ ਹੈ, ਤੇ ਬਾਬਾ ਬਿਧੀ ਚੰਦ ਜੀ ਉਸੇ ਵੇਲੇ ਤਿਆਰ ਹੋ ਗਏ, ਬਹੁਤੀ ਦੇਰ ਨਹੀਂ ਲਾਈ ਹੈ। ਔਰ ਉਸੇ ਵੇਲੇ ਮਨ ਬਣਾ ਲਿਆ ਹੈ, ਬਾਬਾ ਬਿਧੀ ਚੰਦ ਜੀ ਨੇ ਤਿਆਰੀ ਕਰ ਲਈ ਹੈ। ਔਰ ਫਿਰ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਤਿਆਰੀ ਕਰਨ ਤੋਂ ਬਾਅਦ ਬਾਬਾ ਬਿਧੀ ਚੰਦ ਗੁਰੂ ਦਾ ਪਾਤਸ਼ਾਹ ਜੀ ਦਾ ਤੇ ਹੁਕਮ ਪ੍ਰਾਪਤ ਕਰਕੇ ਚੱਲ ਪਏ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ। ਦੇਖੋ, ਜਿੱਥੇ ਪਾਤਸ਼ਾਹ ਜੀ ਖੁਦ ਸੰਤ ਮੀਰੀ ਤੇ ਪੀਰੀ ਦੇ ਮਾਲਕ ਬਾਬਾ ਬਿਧੀ ਚੰਦ ਜੀ, ਜਿਹੜੇ ਇੱਕ ਬਹੁਤ ਵੱਡੇ ਜਰਨੈਲ ਹਨ, ਜੰਗੀ ਯੋਧੇ ਹਨ, ਉੱਥੇ ਨਾਲ ਹੀ ਗੁਰੂ ਘਰ ਦਾ ਪ੍ਰਚਾਰ ਕਰਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੀ ਚੱਲ ਪਏ ਹਨ ਬਾਬਾ ਬਿਧੀ ਚੰਦ ਜੀ। ਔਰ ਫਿਰ ਜੈਸਾ ਸਤਿਗੁਰਾਂ ਨੇ ਹੁਕਮ ਕੀਤਾ ਹੈ, ਉੱਥੇ ਗੁਰੂ ਕੇ ਸੇਵਕ ਪਹੁੰਚਦੇ ਹਨ। ਪੁਰਾਣੇ ਸਮੇਂ ਦੇ ਵਿੱਚ ਸੰਗਤ ਗੁਰੂ ਘਰ ਦੇ ਨਾਲ ਜੁੜਦੀ ਸੀਗੀ ਔਰ ਉਹ ਕਈਆਂ ਕਰ ਦਿੰਦੇ ਸਨ, ਕਈਆਂ ਨੂੰ ਹੋਰ ਤਾਰ ਦਿੰਦੇ ਸਨ, ਆਪ ਧਰਮ ਦੇ ਰਸਤੇ ਤੇ ਚੱਲਦੇ ਸਨ। ਬਾਰੇ ਸੁਣ ਕੇ ਕਈ ਧਰਮ ਦੇ ਰਸਤੇ ਤੇ ਚੱਲ ਪਏ। ਹੁਣ ਬਾਬਾ ਬਿਧੀ ਚੰਦ ਦੇਖੋ, ਇੱਕ ਗੁਰਬਾਣੀ ਦੇ ਵਿੱਚ ਇੱਕ ਬਚਨ ਹੈ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਵਾਰ। ਗੁਰੂ ਜਿਹੜਾ ਉਹਦੇ ਵਿੱਚ ਇਤਨੀ ਵੱਡੀ ਸਮਰੱਥਾ ਹੈ, ਸਧਾਰਨ ਬੰਦੇ ਨੂੰ ਇੱਥੋਂ ਤੱਕ ਕੋਈ ਪਾਪੀ ਵੀ ਹੋਵੇ, ਕੋਈ ਗੁਨਾਹਗਾਰ ਵੀ ਹੋਵੇ, ਕੋਈ ਅਪਰਾਧੀ ਵੀ ਹੋਵੇ, ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਗੁਰੂ ਮਿਹਰ ਕਰਦਾ ਹੈ, ਤੇ ਉਹ ਭਗਤ ਬਣ ਜਾਂਦਾ। ਸੱਜਣ ਠੱਗ ਵਰਗਾ ਬਹੁਤ ਵੱਡਾ ਛਲ ਕਪਟ ਕਰਨ ਵਾਲਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਉਹ ਪ੍ਰਚਾਰਕ ਬਣ ਗਿਆ ਸੀਗਾ। ਫਿਰ ਆਪਾਂ ਭਾਵੇਂ ਹਰ ਵੇਲੇ ਜਦੋਂ ਨਾਮ ਲੈਂਦੇ ਸੱਜਣ ਦਾ, ਤੇ ਉਹਨੂੰ ਠੱਗ ਕਹਿੰਦੇ ਆ, ਕਰਕੇ ਜਾਣਦੇ ਆ, ਪਰ ਭਾਈ ਸੱਜਣ ਜੀ ਠੱਗ ਉਦੋਂ ਤੱਕ ਸਨ ਜਦੋਂ ਤੱਕ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਨਹੀਂ। ਇਸ ਦਿਨ ਇੱਕ ਵੀ ਸ਼ਬਦ ਸੁਣ ਲਿਆ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਉਸ ਤੋਂ ਨਹੀਂ ਰਹੇ। ਉਸ ਤੋਂ ਅਗਾਂਹ ਤਾਂ ਬੜੇ ਤਗੜੇ ਸਿੱਖ ਔਰ ਗੁਰੂ ਘਰ ਦੇ ਪ੍ਰਚਾਰਕ ਸਨ, ਤੇ ਬਾਕੀ ਸਾਰੀ ਜ਼ਿੰਦਗੀ ਸੱਜਣ ਨੇ ਪ੍ਰਚਾਰ ਕੀਤਾ ਹੈ, ਆਪ ਜੁੜਿਆ ਹੈ, ਤੇ ਕਈਆਂ ਦਾ ਹੋਰ ਭਲਾ ਕਰ ਦਿੱਤਾ, ਕਈਆਂ ਨੂੰ ਹੋਰ ਤਾਰਿਆ ਸੱਜਣ ਨੇ। ਇਸੇ ਤਰ੍ਹਾਂ ਬਾਬਾ ਬਿਧੀ ਬਹੁਤ ਵੱਡੇ ਚੋਰ ਸਨ, ਪਰ ਚੋਰ ਉਦੋਂ ਤੱਕ ਸਨ ਜਦੋਂ ਤੱਕ ਬਾਬਾ ਅਦਲੀ ਜੀ ਦੀ ਸੰਗਤ ਨਹੀਂ ਕੀਤੀ ਹੈ। ਬਾਬਾ ਬਿਧੀ ਚੰਦ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਕੰਠ ਦੇ ਨਾਲ ਲਾ ਕੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਜਦੋਂ ਗੁਰੂ ਘਰ ਦੇ ਚਰਨਾਂ, ਗੁਰੂ ਘਰ ਦੇ ਵਿੱਚ ਆਉਂਦਾ ਹੈ, ਬੈਠਦਾ ਹੈ, ਤੇ ਜਿਸ ਠੀਕ ਹੈ ਜੀਵਨ ਕੋਈ ਛਲ ਕਰਦਾ ਹੈ, ਕਪਟ ਕਰਦਾ ਹੈ, ਚੋਰੀਆਂ ਕਰਦਾ ਹੈ, ਹੱਕ ਮਾਰਦਾ ਹੈ, ਗੁਰੂ ਘਰ ਦੇ ਵਿੱਚ ਆ ਜਾਵੇ, ਜਦੋਂ ਕੀਰਤਨ ਦੇ ਨਾਲ, ਕਥਾ ਦੇ ਨਾਲ ਜੁੜ ਜਾਏ, ਫਿਰ ਉਹ ਅਗਾਂਹ ਜ਼ਿੰਦਗੀ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੇ ਪਾਪ ਨਹੀਂ ਸੀ। ਗੁਰੂ ਘਰ ਦੇ ਚਰਨ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਆਪ ਦਾ ਵੀ ਭਲਾ ਕਰ ਲੈਂਦਾ ਸੀਗਾ, ਕਰਦਾ ਸੀਗਾ। ਕਦੇ ਚੋਰ ਸੀਗੇ, ਡਾਕੂ ਸਨ, ਇੱਕ ਦਿਨ ਫਿਰ ਗੁਰੂ ਘਰ ਚਰਨਾਂ ਦੇ ਗੁਰੂ ਘਰ ਦੇ ਨਾਲ ਜੁੜ ਗਏ,
ਹੁਣ ਬਹੁਤ ਵੱਡੇ ਸੈਨਾਪਤੀ ਯੋਧੇ ਬਹਾਦਰ ਬਣੇ। ਤੇ ਅੱਜ ਜਦੋਂ ਲੋੜ ਪਈ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਨੇ ਪ੍ਰਚਾਰ ਵੀ ਕੀਤਾ ਹੈ ਤੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਹੋਰ ਵੀ ਜੋੜਿਆ ਹੈ। ਇਹ ਪ੍ਰੇਰਨਾ ਮਿਲਦੀ ਹੈ ਸਾਨੂੰ ਸਿੱਖੋ, ਆਪ ਵੀ ਅਸੀਂ ਮਨੋ ਤਨੋ ਗੁਰੂ ਘਰ ਦੇ ਨਾਲ ਜੁੜੀਏ, ਆਪ ਵੀ ਜੁੜੀਏ ਤੇ ਹੋਰਨਾਂ ਨੂੰ ਵੀ ਜੋੜੀਏ। ਸਾਡਾ ਤਾਂ ਅੱਜ ਦਾ ਜੀਵਨ ਇਸ ਤਰ੍ਹਾਂ ਦਾ, ਫਿਤਰਤ ਇਸ ਤਰ੍ਹਾਂ ਦੀ ਬਣੀ ਹੋਈ ਹੈ। ਚਲੋ ਜਿਸ ਤਰ੍ਹਾਂ ਦਾ ਸਾਡਾ ਜੀਵਨ ਹੈ, ਜਿਸ ਤਰ੍ਹਾਂ ਦੇ ਸਾਡੇ ਕੰਮ ਹਨ, ਕੰਮ ਵੀ ਅਸੀਂ ਉਸੇ ਤਰ੍ਹਾਂ ਦੇ ਕਰੀ ਜਾ ਰਹੇ ਹਾਂ ਤੇ ਆਖੀ ਵੀ ਜਾ ਰਹੇ ਹਾਂ ਅਸੀਂ ਸਿੱਖ ਹਾਂ। ਕਥਾ ਕੀਰਤਨ ਵੀ ਬੜੇ ਸੁਣ ਲਏ, ਕਥਾ ਵੀ ਬੜੀਆਂ ਸੁਣ ਲਈਆਂ, ਪਰ ਸਾਰਾ ਜੀਵਨ ਉਸੇ ਤਰ੍ਹਾਂ ਨਸ਼ਿਆਂ ਦੇ ਵਿੱਚ, ਪਤਤ ਪੁਣੇ ਦੇ ਵਿੱਚ, ਛਲ ਕਪਟ ਦੇ ਵਿੱਚ ਬਤੀਤ ਕਰ ਲਿਆ। ਬੜੇ ਕਥਾ ਕੀਰਤਨ ਸੁਣ ਲਏ, ਅਜੇ ਕੇਸ ਵੀ ਨਹੀਂ ਰੱਖੇ, ਅਜੇ 5 ਕਕਾਰ ਵੀ ਨਹੀਂ ਪਹਿਨੇ, ਗੁਰੂ ਘਰ ਦੇ ਚਰਨਾਂ ਦੇ ਨਾਲ, ਗੁਰੂ ਘਰ ਦੇ ਨਾਲ ਅਜੇ ਤੱਕ ਜੁੜੇ ਹੀ ਨਹੀਂ। ਸਾਰਾ ਜੀਵਨ ਲੰਘਾ ਲਿਆ, ਬਤੀਤ ਕਰ ਲਿਆ। ਕਹਿਣ ਨੂੰ ਕਹਿ ਦਿੱਤਾ ਕਿ ਸਾਡੇ ਨਾਮ ਦੇ ਨਾਲ ਸਿੰਘ ਲੱਗਦਾ ਹੈ ਜਾਂ ਅਸੀਂ ਸਿੱਖ ਹਾਂ, ਪਰ ਗੁਰੂ ਕੇ ਬਚਨਾਂ ਦੇ ਮੁਤਾਬਕ ਚੱਲੇ ਹੀ ਨਹੀਂ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਹੁਣ ਦੇਖੋ, ਇੱਕ ਚੋਰ ਤੋਂ ਬਾਬਾ ਬਿਧੀ ਚੰਦ ਬਹੁਤ ਵੱਡੇ ਜਰਨੈਲ ਬਣ ਗਏ, ਬਹਾਦਰ ਯੋਧੇ ਬਣ ਗਏ, ਗੁਰੂ ਘਰ ਦੇ ਸੇਵਕ, ਸੈਨਾਪਤੀ। ਤੇ ਅੱਜ ਲੋੜ ਪਈ ਹੈ ਤੇ ਬਹੁਤ ਵੱਡੇ ਪ੍ਰਚਾਰਕ ਬਣ ਕੇ ਗੁਰਬਾਣੀ ਦਾ, ਗੁਰੂ ਘਰ ਦੀ ਕੀਰਤੀ ਦੂਰ ਨੇੜੇ ਜਾ ਕਰਕੇ ਹੋਰਨਾਂ ਨੂੰ ਵੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜਿਆ ਹੈ ਤੇ ਬਹੁਤ ਵੱਡੀ ਸਿੱਖੀ ਦਾ ਪ੍ਰਚਾਰ ਕੀਤਾ ਹੈ। ਦੋਹਰਾ ਅਜ਼ਮਤ ਦੇ ਸ੍ਰੀ ਸਤਿਗੁਰੂ ਵਿਦਿਆ ਕੀਓ ਪਠਾਏ। ਔਰ ਸਤਿਗੁਰਾਂ ਨੇ ਬੜੀਆਂ ਬਰਕਤਾਂ ਦਿੱਤੀਆਂ, ਬਾਬਾ ਬਿਧੀ ਚੰਦ ਜੀ ਦੇ ਉੱਪਰ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਗਿਆ ਪ੍ਰਾਪਤ ਕਰਕੇ ਅਜ਼ਮਤ ਦੇ ਸ੍ਰੀ ਸਤਿਗੁਰੂ ਵਿਦਿਆ ਦਿਓ ਪਠਾਏ। ਬਾਬਾ ਬਿਧੀ ਚੰਦ ਜੀ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਨੇ ਤੋਰ ਦਿੱਤਾ ਹੈ। ਔਰ ਸਤਨਾਮ ਦਾ ਜਾਪ ਕਰਦਾ ਹੋਇਆ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੋਇਆ ਬਾਬਾ ਬਿਧੀ ਚੰਦ ਸਿਮਰਨ ਕਰਦਾ ਹੋਇਆ ਅੰਮ੍ਰਿਤ ਦੂਰ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਤੇ ਕਹਿਣ ਲੱਗੇ, ਜਿੱਥੇ ਪੂਰਬ ਦੀ ਤੇ ਦੱਖਣ ਦੀ ਜਿੱਥੇ ਸੰਧੀ ਹੈ, ਤੇ ਕਹਿਣ ਲੱਗੇ ਅਗਨ ਕੋਨ ਇੱਕ ਅਸਥਾਨ ਹੈ, ਇੱਕ ਜਗ੍ਹਾ ਦਾ ਨਾਮ ਹੈ ਜਿੱਥੇ ਬਹੁਤ ਲੋਕ ਗੁਰੂ ਕੀ ਪ੍ਰੇਰਨਾ ਦੇ ਵਿੱਚ ਰਹਿੰਦੇ ਹਨ, ਗੁਰੂ ਘਰ ਦੇ ਨਾਲ ਜੁੜੇ ਸਨ। ਔਰ ਇਹ ਜਿਹੜਾ ਇਲਾਕਾ ਹੈ, ਇਹ ਕਵੀ ਜੀ ਨੇ ਵਿਸਥਾਰ ਦੇ ਵਿੱਚ ਲਿਖਿਆ ਹੈ। ਇਹ ਇਲਾਕਾ ਯੂਪੀ ਦੇ ਵਿੱਚ ਪੈਂਦਾ ਹੈ। ਪਹਿਲਾਂ ਬਾਬਾ ਬਿਧੀ ਚੰਦ ਜੀ ਯੂਪੀ ਵਾਲੇ ਪਾਸੇ ਇੱਧਰ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਗਏ ਹਨ। ਤਿਤ ਕੋ ਅਜ਼ਮਤ ਤੋਂ ਕਰ ਜੋਰ, ਤੇ ਬਹੁਤ ਵੱਡੀਆਂ ਅਜ਼ਮਤਾਂ ਦੇ ਮਾਲਕ, ਗੁਰੂ ਦੀਆਂ ਬਖਸ਼ਾਂ ਦੇ ਮਾਲਕ ਬਾਬਾ ਬਿਧੀ ਚੰਦ ਜੀ ਪ੍ਰਚਾਰ ਕਰ ਰਹੇ ਹਨ। ਤੇ ਇੱਕ ਜਗ੍ਹਾ ਤੇ ਪਹੁੰਚੇ ਬਾਬਾ ਬਿਧੀ ਚੰਦ ਜੀ ਨੇ, ਜਾ ਕਰਕੇ ਉੱਥੇ ਟਿਕਾਣਾ ਕੀਤਾ ਹੈ। ਔਰ ਬਿਧੀ ਚੰਦ ਜੀ ਰਹੇ, ਉਹਦਾ ਨਗਰ ਹੈ, ਨਾਂ ਹੈ ਦਿਓ ਨਗਰ, ਦੇਵ ਨਗਰ, ਪਵਿੱਤਰ ਨਗਰ, ਜਿੱਥੇ ਬਾਬਾ ਬਿਧੀ ਚੰਦ ਜੀ ਨੇ ਜਾ ਕਰਕੇ ਟਿਕਾਣਾ ਕੀਤਾ ਹੈ। ਤੇ ਉਸ ਨਗਰ ਦੇ ਵਿੱਚ ਇੱਕ ਸੁੰਦਰ ਸ਼ਾਹ ਫਕੀਰ ਹੈ, ਬਹੁਤ ਵੱਡਾ ਫਕੀਰ ਹੈ। ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਰਾਮਾਤਾਂ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਸਨ ਕੁਝ ਫਕੀਰ, ਕੁਝ ਸਾਧੂ ਮਹਾਤਮਾ ਜਨ, ਉਹ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਪ੍ਰਾਪਤ ਕਰਨਾ ਹੀ ਆਪਣਾ ਧਰਮ ਸਮਝਦੇ ਸਨ। ਧਾਗੇ ਤਵੀਤਾਂ, ਮੰਤਰਾਂ, ਜੰਤਰਾਂ, ਤੰਤਰਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਹੁੰਦੇ ਸਨ। ਜਿੰਨੀਆਂ ਵੱਧ ਕਰਾਮਾਤਾਂ, ਰਿੱਧੀਆਂ ਸਿੱਧੀਆਂ ਹੋਣਗੀਆਂ, ਓਨੇ ਹੀ ਵੱਡੇ ਆਪਣੇ ਆਪ ਨੂੰ ਧਰਮੀ ਗਿਣਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਕਰਾਮਾਤਾਂ ਵਾਲੇ ਪਾਸਿਓਂ ਲੋਕਾਂ ਨੂੰ ਹਟਾ ਕਰਕੇ ਤੇ ਸੱਚ ਦੇ ਨਾਲ ਜੁੜ ਕੇ ਤੇ ਚੰਗੇ ਗੁਣ ਧਾਰਨ ਕਰਕੇ, ਬੰਦਗੀ ਕਰਕੇ ਆਪਣਾ ਜੀਵਨ ਸਫਲ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ। ਐਵੇਂ ਨਾ ਸਾਰੀ ਜ਼ਿੰਦਗੀ ਰਿੱਧੀਆਂ ਸਿੱਧੀਆਂ ਇਕੱਠੀਆਂ ਕਰੀ ਜਾਓ, ਮੌਤ ਅਟੱਲ ਹੈ, ਆਉਣਾ ਹੀ ਹੈ। ਕੀਰਤੀ ਕਰੋਗੇ ਜੀਵਨ ਸਫਲ ਹੋਏਗਾ। ਰਿੱਧੀਆਂ ਇਹ ਇਸ ਤੋਂ ਵੱਧ ਕੁਝ ਵੀ ਨਹੀਂ ਹੈ, ਇਹਦੇ ਵਿੱਚ ਸ਼ਾਂਤੀ ਨਹੀਂ ਹੈ।
ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਵਿੱਚ ਆਨੰਦ ਨਹੀਂ ਹੈ, ਹਉਮੈ ਹੈ, ਹੰਕਾਰ ਹੈ, ਇੱਕ ਮਾਇਆ ਹੀ ਹੈ। ਮੇਰੇ ਕੋਲ ਇੰਨੀਆਂ ਰਿੱਧੀਆਂ ਸਿੱਧੀਆਂ ਹੋ ਗਈਆਂ, ਮੇਰੇ ਕੋਲ ਇੰਨੀਆਂ ਕਰਾਮਾਤਾਂ ਹੋ ਗਈਆਂ, ਇੰਨੀਆਂ ਹੋ ਗਈਆਂ। ਇਹ ਕੋਈ ਧਰਮ ਨਹੀਂ ਹੈ, ਇਹ ਸ਼ਾਂਤੀ ਨਹੀਂ ਹੈ, ਇਹਦੇ 'ਚ ਪਰਮਾਤਮਾ ਦੀ ਖੁਸ਼ੀ ਨਹੀਂ ਹੈ। ਹੁਣ ਇੱਕ ਫਕੀਰ ਰਹਿੰਦਾ ਹੈ ਜਿਹੜਾ ਬਹੁਤ ਅਜ਼ਮਤਾਂ ਦਾ, ਕਰਾਮਾਤਾਂ ਦਾ ਮਾਲਕ ਹੈ। ਤੇ ਕਹਿਣ ਲੱਗੇ ਕਿ ਉੱਥੇ ਬਾਬਾ ਬਿਧੀ ਚੰਦ ਜੀ ਇੱਕ ਜਗ੍ਹਾ ਤੇ ਜਾ ਕਰਕੇ ਇੱਕ ਰੁੱਖ ਦੇ ਥੱਲੇ ਬੈਠੇ ਹਨ ਤੇ ਬੜੇ ਪਿਆਰ ਦੇ ਨਾਲ ਉੱਥੇ ਬੈਠ ਕੇ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ, ਮਾਲਕ ਦੀ ਕੀਰਤੀ ਦੇ ਨਾਲ ਜੁੜੇ ਹਨ। ਲੰਘਦੇ ਹੋਏ ਜਿੱਥੇ ਆਰਾਮ ਕਰਦੇ ਹਨ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਜੁੜਦੇ ਹਨ, ਸੁੰਦਰ ਬਚਨ ਸੁਣਾਉਂਦੇ ਹਨ, ਸੰਗਤਾਂ ਨੂੰ ਨਿਹਾਲ ਕਰਦੇ ਹਨ। ਤੇ ਕਹਿਣ ਲੱਗੇ ਕਿ ਹੁਣ ਬਾਬਾ ਬਿਧੀ ਚੰਦ ਜੀ ਉਹ ਜਗ੍ਹਾ ਬੜੀ ਸੁਹਾਵਣੀ ਹੋ ਗਈ ਹੈ, ਸੋਹਣੀ ਹੋ ਗਈ ਹੈ, ਭਾਗ ਲੱਗ ਗਏ। ਬੇਅੰਤ ਬਾਬਾ ਬਿਧੀ ਚੰਦ ਨਿਹਾਲ ਹੁੰਦੀ ਹੈ ਤੇ ਤੇ ਕੁਝ ਹੋਰ ਗੁਰੂ ਘਰ ਦੇ ਸੁੰਦਰ ਨਾਨਕ ਨਿਰਮਲ ਪੰਥ ਚਲਾਇਆ। ਬਾਬਾ ਬਿਧੀ ਚੰਦ ਸਾਹਿਬ ਜੀ ਸਿੱਖਿਆ ਦੇ ਕੇ ਗਏ ਸਨ, ਦੁਨੀਆ ਨੂੰ ਸਿੱਧੇ ਰਸਤੇ ਤੇ ਪਾ ਰਹੇ ਹਨ। ਬਚਨ ਸੁਣ ਸੁਣ ਕੇ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਇਸ ਤਰ੍ਹਾਂ ਹਰਿਆ ਭਰਿਆ ਹੋ ਗਿਆ, ਸੰਗਤਾਂ ਨੂੰ ਆਨੰਦ ਮਿਲਿਆ, ਖੁਸ਼ੀ ਮਿਲੀ, ਸੰਗਤ ਨਿਹਾਲ ਹੋਈ ਹੈ। ਔਰ ਸੰਗਤ ਸੁੰਦਰ ਬਚਨ ਸੁਣ ਕੇ, ਸਿੱਧਾ ਮਾਰਗ ਸੁਣ ਕੇ ਬਾਬਾ ਬਿਧੀ ਚੰਦ ਤੋਂ ਧਰਮ ਦਾ ਕੀ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਅਨੇਕਾਂ ਧਰਮਾਂ ਦੀ ਜਿਹੜੀ ਵਿਚਾਰਧਾਰਾ ਸੀ ਬੜੀ ਗੁੰਝਲਦਾਰ ਸੀਗੀ, ਬੜੀ ਡਰਾਵਣੀ ਸੀਗੀ। ਲੋਕ ਹੈਰਾਨ ਹੁੰਦੇ ਸਨ ਕਿ ਧਰਮੀ ਕਿਵੇਂ ਬਣਿਆ ਜਾਏਗਾ, ਧਰਮ ਦੇ ਰਸਤੇ ਤੇ ਕਿਵੇਂ ਚੱਲਿਆ ਜਾਏਗਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਕਿ ਭਾਈ ਤੁਹਾਨੂੰ ਵੱਖਰੇ ਵੱਖਰੇ ਯੋਗ ਆਸਣ ਧਾਰਨ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਵਾਹ ਮਲਣ ਦੀ ਸਰੀਰ 'ਤੇ ਲੋੜ ਨਹੀਂ ਹੈ, ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਔਖੇ ਤੋਂ ਔਖੇ ਮੰਤਰ ਜਿਹੜੇ ਸਿੱਖਣ ਦੀ ਲੋੜ ਨਹੀਂ ਹੈ, ਪੁੱਠੇ ਲੜਕਣ ਦੀ ਲੋੜ ਨਹੀਂ ਹੈ। ਇਹ ਕੋਈ ਤਪ ਨਹੀਂ ਹੈ। ਤੁਸੀਂ ਆਪਣੇ ਘਰਾਂ ਦੇ ਵਿੱਚ ਕੰਮ ਕਾਰ ਕਰੋ ਅਤੇ ਨਾਲ ਨਾਲ ਪਰਮੇਸ਼ਰ ਨੂੰ ਯਾਦ ਕਰੋ। ਗੁਰਮਤਿ ਦਾ ਸਿਧਾਂਤ ਤਾਂ ਬੜਾ ਸਿੱਧਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਆਪਣੀ ਕਿਰਤ ਕਮਾਈ ਕਰੋ ਅਤੇ ਦੂਜੇ ਦਾ ਭਲਾ ਕਰੋ। ਔਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇੱਥੇ ਤਾਂ ਸੰਸਾਰ ਦੇ ਵਿੱਚ ਰਹਿੰਦੇ, ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ, ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜ ਕੇ ਵੀ ਸਾਫ਼ ਅਤੇ ਖੁਸ਼ਬੂਦਾਰ ਹੁੰਦਾ ਹੈ, ਇਸੇ ਤਰ੍ਹਾਂ ਭਾਈ ਤੁਸੀਂ ਵੀ ਸੰਸਾਰ ਦੇ ਵਿੱਚ ਰਹਿ ਕਰਕੇ ਆਪਣਾ ਜੀਵਨ ਉੱਚਾ ਸੁੱਚਾ ਰੱਖ ਸਕਦੇ ਹੋ, ਤੁਸੀਂ ਵੀ ਨਿਰਮਲ ਹੋ ਸਕਦੇ ਹੋ ਕਮਲ ਦੇ ਫੁੱਲ ਦੀ ਤਰ੍ਹਾਂ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਬੜਾ ਸਿੱਧਾ ਸੀਗਾ, ਕੋਈ ਵਹਿਮ ਭਰਮ ਕਰਮ ਕਾਂਡ ਕੋਈ ਵਾਧੂ ਨਹੀਂ ਦਿਖਾਏ ਗਏ। ਇੱਥੇ ਤਾਂ ਸਿੱਧਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਗਿਆ ਹੈ। ਹੁਣ ਐਸੇ ਧਰਮ ਦਾ ਪ੍ਰਚਾਰ ਜਦੋਂ ਬਾਬਾ ਬਿਧੀ ਚੰਦ ਜੀ ਸਨ, ਜੇ ਧਰਮੀ ਬਣਨਾ ਹੈ ਤੇ ਘਰ-ਬਾਰ ਛੱਡ ਕੇ ਤੇ ਜੰਗਲਾਂ ਦੇ ਫਿਰ ਪਰਮਾਤਮਾ ਜਾ ਸਕਦਾ ਨਹੀਂ। ਭਾਈ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਘਰ ਬੈਠੇ ਗੁਰੂ ਧਿਆਇਓ, ਮਾਲਕ ਨੂੰ ਘਰੇ ਪਾਇਆ ਜਾ ਸਕਦਾ ਹੈ। ਕਹਿਣ ਲੱਗੇ ਕਿ ਸਾਰੇ ਚੰਦ ਜੀ ਨੇ ਪ੍ਰਚਾਰ ਕੀਤਾ, ਗੁਰੂ ਘਰ ਦੇ ਨਾਲ, ਵਾਹਿਗੁਰੂ ਗੁਰ ਮੰਤਰ ਦੇ ਨਾਲ ਸੰਗਤ ਨੂੰ ਜੋੜਿਆ ਹੈ। ਔਰ ਉਸ ਇਲਾਕੇ ਦੇ ਵਿੱਚ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਗਤਾਂ ਨੇ ਅਦਬ ਦੇ ਨਾਲ, ਭਾਵਨਾ ਦੇ ਨਾਲ ਕੀਤੀ ਹੈ। ਤੇ ਕਹਿਣ ਲੱਗੇ ਕਿ ਫਿਰ ਆ ਕੇ ਦੀਦਾਰ ਕਰਦੇ ਹਨ ਔਰ ਬਾਬਾ ਬਿਧੀ ਚੰਦ ਜੀ ਤੋਂ ਸੇਵਾ ਸਿਮਰਨ ਦਾ ਕੀ ਮਹੱਤਵ ਹੈ ਇਹ ਜਾਣਦੇ ਸਨ, ਸਮਝਦੇ ਸਨ। ਧਰਮ ਕੀ ਹੈ, ਸਿਮਰਨ ਕੀ ਹੈ, ਸੇਵਾ ਕੀ ਹੈ, ਤੇ ਮਨੁੱਖ ਪਵਿੱਤਰ ਕਿਵੇਂ ਬਣਦਾ ਹੈ, ਜਨਮ ਕਿਵੇਂ ਸਫਲ ਹੁੰਦਾ ਹੈ, ਸਾਰਾ ਕੁਛ ਕੋਲ ਆ ਕੇ ਬੈਠਦੇ ਹਨ ਤੇ ਸੁਣ ਕੇ
ਤੇ ਜੰਗਲ ਦੇ ਵਿੱਚ ਇੱਕ ਸੁੰਦਰ ਸ਼ਾਹ ਜਿਹੜਾ ਮਹਾਤਮਾ ਮਹਾਂਪੁਰਸ਼ ਭਇਓ ਮਹਿਮਾ ਇਹ ਕਾਨ ਉਹਨੇ ਬਾਬਾ ਵਿਧੀ ਚੰਦ ਜੀ ਦੀ ਮਹਿਮਾ ਵਡਿਆਈ ਬਹੁਤ ਵੱਡੀ ਸੁਣੀ ਹੈ। ਮਹਾਂਪੁਰਖ ਇੱਕ ਆਵਨ ਕਰਿਓ। ਇੱਕ ਬੜਾ ਗੁਰੂ ਕਾ ਸਿੱਖ ਮਹਾਤਮਾ ਮਹਾਂਪੁਰਸ਼ਾਂ ਦੀ ਤਰ੍ਹਾਂ ਉਹਦੇ ਬਚਨ ਹਨ, ਬੜੇ ਮਿੱਠੇ ਪਿਆਰੇ। ਉਹਦੇ ਬਾਰੇ ਇਸ ਸਾਧੂ ਨੇ, ਸੁੰਦਰ ਸ਼ਾਹ ਜਿਹੜਾ ਫਕੀਰ ਹੈ, ਇਹਨੇ ਸੁਣਿਆ ਸ਼ੁਸ਼ਕ ਬ੍ਰਿਸ਼ ਭਾਰਿਓ। ਤੇ ਕਹਿਣ ਲੱਗੇ ਉੱਥੇ ਬੈਠ ਕਰਕੇ ਸੁੰਦਰ ਉਪਦੇਸ਼ ਦਿੰਦਾ ਹੈ। ਤੇ ਬਾਬਾ ਵਿਧੀ ਚੰਦ ਜੀ ਨੇ ਰੌਣਕਾਂ ਲਾ ਦਿੱਤੀਆਂ ਹਨ, ਹਰਿਆਵਲਤਾ ਛਾ ਗਈ ਹੈ, ਖੁਸ਼ੀਆਂ ਵੰਡ ਰਹੇ ਹਨ ਬਾਬਾ ਵਿਧੀ ਚੰਦ ਜੀ। ਬਹੁਤ ਵੱਡਾ ਪ੍ਰਭਾਵ ਹੈ, ਸੰਗਤ ਨਾਲ ਜੁੜ ਗਈ ਹੈ। ਔਰ ਇਹ ਜਿਹੜਾ ਫਕੀਰ ਹੈ ਬੜਾ ਹੈਰਾਨ ਹੋਇਆ, ਸੋਚਿਆ ਕਿ ਚਲੋ ਮੈਂ ਵੀ ਜਾ ਕਰਕੇ ਮਿਲ ਕੇ ਆਵਾਂ। ਇਹਨੇ ਆਤਮਾ ਹੈ ਬਹੁਤ ਵੱਡਾ, ਮੇਰੇ ਕੋਲ ਰਿੱਧੀਆਂ ਸਿੱਧੀਆਂ। ਤੇ ਇਹਨੇ ਫਿਰ ਇੱਕ ਸ਼ੇਰ ਨਾਲ ਲੈ ਲਿਆ ਹੈ, ਕਿਉਂਕਿ ਇੱਕ ਅਜ਼ਮਤ ਹੈ ਜਾਨਵਰਾਂ ਨੂੰ ਵਸ ਦੇ ਵਿੱਚ ਕਰ ਲੈਣਾ। ਇਹ ਜਿਹੜਾ ਫਕੀਰ ਹੈ ਕਹਿਣ ਲੱਗਾ ਕਿ ਜੇ ਤਾਂ ਉਹ ਮਹਾਤਮਾ ਸੱਚ, ਫਿਰ ਸ਼ੇਰ ਨੂੰ ਰੋਕ ਲੈ, ਕੰਟਰੋਲ, ਤੇ ਨਹੀਂ ਤੇ ਡਰ ਕੇ ਦੌੜ ਜਾਏਗਾ। ਹੁਣ ਇੱਕ ਸ਼ੇਰ ਨੂੰ ਨਾਲ ਲੈ ਕਰਕੇ ਉਹ ਮਹਾਤਮਾ ਸੁੰਦਰ ਸ਼ਾਹ ਫਕੀਰ ਚੱਲਿਆ ਹੈ। ਹੋਏ ਅਰੂੜ ਵਿਧੀਏ ਟਿਕ ਆਇਓ। ਤੇ ਹੁਣ ਚੱਲ ਕਰਕੇ ਬਾਬਾ ਵਿਧੀ ਚੰਦ ਜੀ ਦੇ ਕੋਲ ਉਹ ਪਹੁੰਚਿਆ ਹੈ। ਆਪਨ ਸ਼ੇਰ ਤੇ ਚਹਿਤ ਡਰਾਇਓ। ਔਰ ਇਸ ਸ਼ੇਰ ਦੇ ਨਾਲ ਉਹ ਆ ਕਰਕੇ ਹੈ ਕਿ ਮੈਂ ਸ਼ੇਰ ਜਦੋਂ ਕੋਲ ਜਾ ਕੇ ਛੱਡਾਂਗਾ ਤੇ ਆਪਣੇ ਆਪ ਨੂੰ ਸੰਤ ਮਹਾਂਪੁਰਸ਼ ਕਹਿਣ ਵਾਲਾ ਭੱਜ ਕੇ ਦੌੜ ਜਾਏਗਾ, ਇੱਕਦਮ ਭੱਜਣ ਨੂੰ ਰਾਹ ਨਹੀਂ ਲੱਭੇਗਾ। ਇਸ ਕਰਕੇ ਜੇ ਤਾਂ ਕਰਾਮਾਤੀ ਹੋਇਆ, ਅਜ਼ਮਤਾਂ ਦਾ ਮਾਲਕ ਹੋਇਆ, ਫਿਰ ਬੈਠਾ ਰਹੇਗਾ, ਮੈਂ ਦੇਖਦਾ ਕਿ ਭਾਈ ਕਿਸ ਤਰ੍ਹਾਂ ਦਾ ਹੈ। ਇਸੇ ਤਰ੍ਹਾਂ ਆਪਣੇ ਨਾਲ ਸ਼ੇਰ ਲਿਆ ਕਰਕੇ ਬਾਬਾ ਵਿਧੀ ਚੰਦ ਜੀ ਨੂੰ ਡਰਾਉਣ ਲੱਗਿਆ ਹੈ। ਚੰਦ ਜੀ ਦੇ ਕੋਲ ਬਹੁਤ ਵੱਡੀ ਸੰਗਤ ਬੈਠੀ ਹੋਈ ਹੈ, ਗੁਰੂ ਘਰ ਦੇ ਬਚਨ ਸੁਣਾ ਰਹੇ ਹਨ, ਸਿਮਰਨ ਸੰਗਤ ਬੈਠੀ ਹੋਈ ਹੈ। ਔਰ ਇਸੇ ਤਰ੍ਹਾਂ ਫਿਰ ਇੱਥੇ ਉਹ ਮਹਾਤਮਾ ਪਹੁੰਚਿਆ ਹੈ। ਜਦੋਂ ਬੈਠੀ ਹੈ ਤੇ ਇੱਕ ਕੇ ਹਰ ਭੀਮ ਸਾਰਿਆਂ ਨੇ ਬਹੁਤ ਬੜੀ ਭਾਜੇ ਲੋਕ ਜਾਏ ਪੁਰ ਪਰੇ। ਤੇ ਸਾਰੇ ਨਗਰ ਦੇ ਲੋਕ ਜਿਹੜੇ ਬੈਠੇ ਸਨ ਇੱਕਦਮ ਸ਼ੇਰ ਨੂੰ ਦੇਖ ਕੇ ਡਹਿਲ ਗਏ, ਭੱਜ ਗਏ, ਕੰਬ ਗਏ, ਕਿ ਵੜ ਗਏ, ਆਪਣੇ ਆਪਣੇ ਘਰਾਂ ਨੂੰ ਦੌੜ ਗਏ। ਬਾਬਾ ਵਿਧੀ ਚੰਦ ਸੇ ਤਰ੍ਹਾਂ ਗੁਰੂ ਗੁਰੂ ਜਪ ਰਹੇ ਹਨ, ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧਿਆਨ ਲਾਇਆ ਹੋਇਆ, ਬੰਦਗੀ ਕਰ ਰਹੇ ਹਨ। ਬਾਬਾ ਵਿਧੀ ਚੰਦ ਜੀ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਨ। ਕੇਵਲ ਬਾਬਾ ਵਿਧੀ ਚੰਦ ਜੀ ਰਹਿ ਗਏ, ਸਾਰੇ ਲੋਕ ਟਾਲਾ ਕਰ ਗਏ ਕਿ ਸ਼ੇਰ ਬਲੀ ਹੈ। ਚੰਦ ਜੀ ਉੱਥੋਂ ਨਹੀਂ ਹਿੱਲੇ ਹਨ। ਸ਼ਾਹ ਸ਼ੇਰ ਨੂੰ ਇਸ਼ਾਰੇ ਕਰਦਾ ਹੋਇਆ ਕੋਲ ਬਾਬਾ ਵਿਧੀ ਚੰਦ ਜੀ ਦੇ ਪਹੁੰਚਿਆ ਹੈ। ਔਰ ਸ਼ੇਰ ਹੈ ਕਿ ਬਾਬਾ ਵਿਧੀ ਚੰਦ ਜੀ ਡਰ ਕੇ ਦੌੜ ਜਾਣ, ਬਾਬਾ ਵਿਧੀ ਚੰਦ ਜੀ ਜਾਣ। ਇਸ ਕਰਕੇ ਦਾ ਹਰੀ ਸਿੰਘ ਨਲੂਆ ਅਨੇਕਾਂ ਹੋਰ ਕਰ ਸਕਦੇ ਹਨ, ਬਹੁਤੀ ਵੱਡੀ ਗੱਲ ਨਹੀਂ ਹੈ। ਆ ਪਿੱਛੇ ਜੇ ਦਾਸ ਨੇ ਆ ਖਬਰ ਪੜ੍ਹੀ ਸੀਗੀ
ਆਈ ਸੀ, ਇੰਟਰਨੈਟ ਤੇ ਹੀ ਬੜੀ ਘੁੰਮੀ ਸੀਗਾ ਤੇ ਸ਼ੇਰ ਨੇ ਬਹਾਦਰੀ ਦੇ ਨਾਲ ਟਾਕਰਾ ਕੀਤਾ। ਹੈ ਬਜ਼ੁਰਗ ਸੀਗਾ ਤੇ ਜਦੋਂ ਉਹਨੇ ਮੁਕਾਬਲਾ ਕੀਤਾ ਤੇ ਸ਼ੇਰ ਨੂੰ ਮਾਰ ਦਿੱਤਾ, ਸ਼ੇਰ ਨੂੰ ਖਤਮ ਕਰ ਦਿੱਤਾ। ਗੱਲ ਬਹਾਦਰੀ ਦੀ ਹੈ, ਗੱਲ ਅੰਦਰ ਦੀ ਹੈ ਕਿ ਜੇ ਅੰਦਰੋਂ ਬੰਦਾ ਬਲਵਾਨ ਹੈ, ਬਹਾਦਰ ਹੈ, ਨਹੀਂ ਤੇ ਕੋਈ ਡਰਪੋਕ ਹੁੰਦਾ ਫਿਰ ਤਾਂ ਵੈਸੇ ਸ਼ੇਰ ਨੂੰ ਦੇਖ ਕੇ ਹੀ ਅੱਧਿਆਂ ਤੋਂ ਜ਼ਿਆਦਾ ਮਰ ਜਾਣਾ ਸੀਗਾ। ਬੰਦਾ ਦੇਖ ਕੇ ਹੀ ਕਈ ਵਾਰੀ ਡਹਿਲ ਜਾਂਦਾ ਹੈ, ਮਰ ਜਾਂਦਾ ਹੈ, ਕੰਬ ਜਾਂਦਾ ਦਾ ਸ਼ਿਕਾਰ ਕੀਤਾ। ਇੱਥੋਂ ਦਾ ਵੀ ਆਪਾਂ ਇੱਕ ਇਤਿਹਾਸ ਪੜ੍ਹਦੇ ਹਾਂ। ਹੁਣ ਬਾਬਾ ਬਿਧੀ ਚੰਦ ਜਿਹੜੇ 6ਵੇਂ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਰਹਿੰਦੇ ਹਨ ਤੇ ਸਤਿਗੁਰਾਂ ਨੂੰ ਸ਼ਿਕਾਰ ਕਰਦਿਆਂ ਹੋਇਆਂ ਦੇਖਿਆ ਹੈ, ਉਹ ਕੀ ਸਮਝਦੇ ਸਨ? ਜਿਹੜਾ ਸ਼ਸਤਰਧਾਰੀ ਬਾਬਾ ਬਿਧੀ ਚੰਦ ਜੀ 4 ਜੰਗ ਲੜੇ ਤੇ 4ਾਂ ਦੇ ਵਿੱਚ ਨਾਲ ਸਨ। ਏਡੇ ਏਡੇ ਵੱਡੇ ਮਹਾਨ ਜਿਹੜੇ ਯੋਧੇ ਆਏ, ਲੱਲਾ ਬੇਗ ਵਰਗੇ ਔਰ ਇਸੇ ਤਰ੍ਹਾਂ ਅਬਦੁਲ ਔਰ ਕਾਲੇ ਖਾਂ ਵਰਗੇ ਏਡੇ ਜਰਨੈਲ ਬਹਾਦਰ ਯੋਧੇ ਜਿਹੜੇ ਇੰਨੇ ਸ਼ਸਤਰਧਾਰੀ ਤੇ ਇੰਨੇ ਯੁੱਧ ਕਰਕੇ ਬਾਬਾ ਬਿਧੀ ਚੰਦ ਜੀ ਨੂੰ ਡਰਾ ਰਿਹਾ ਹੈ। ਇੱਕ ਹੱਥ ਸ਼ਸਤਰ ਤੇ ਰੱਖਿਆ ਹੈ ਕਰਕੇ ਸ਼ੇਰ ਵੱਲ ਤਾਰ ਬਾਬਾ ਬਿਧੀ ਚੰਦ ਜੀ ਔਰ ਜਿਹੜਾ ਕਰਕੇ ਉਸੇ ਵੇਲੇ ਉਹ ਰੁਕ ਗਿਆ ਹੈ ਔਰ ਸ਼ੇਰ ਇੱਕ ਵੀ ਕਦਮ ਅੱਗੇ ਨਹੀਂ ਚੱਲਿਆ, ਜਿਵੇਂ ਪੱਥਰ ਹੋ ਗਿਆ ਹੋਵੇ, ਇੱਕੇ ਜਗ੍ਹਾ ਤੇ ਖੜ ਗਿਆ ਹੈ, ਅੱਗੇ ਨਹੀਂ ਹੋਇਆ ਹੈ। ਤੇ ਕਹਿਣ ਲੱਗੇ ਨਹੀਂ ਹਿਲਾਇਆ। ਬਾਬਾ ਬਿਧੀ ਚੰਦ ਜੀ ਸੁਚੇਤ ਹਨ, ਸਾਵਧਾਨ ਹਨ ਔਰ ਸ਼ੇਰ ਖੜ ਗਿਆ ਹੈ। ਔਰ ਐਸੀ ਅਜ਼ਮਤ ਨੂੰ ਦੇਖ ਕੇ ਕੋਲ ਖੜਾ ਇਹ ਫਕੀਰ ਸੁੰਦਰ ਸ਼ਾਹ ਜੀ ਤੇ ਕਹਿਣ ਲੱਗੇ ਜਿੰਨਾ ਵੀ ਬਲ ਹੈ, ਜ਼ੋਰ ਹੈ, ਇਸ਼ਾਰੇ ਇਹ ਸੁੰਦਰ ਸ਼ਾਹ ਲਾਉਂਦਾ ਰਿਹਾ ਇਸ ਦੇ ਉੱਪਰ ਹਮਲਾ ਕਰੇ, ਪਰ ਸ਼ੇਰ ਉੱਥੇ ਹੀ ਖੜਾ ਹੈ। ਤੇ ਇਸ ਵੇਲੇ ਫਿਰ ਇਹ ਜਿਹੜਾ ਫਕੀਰ ਸ਼ੇਰ ਅੱਗੇ ਨਹੀਂ ਚੱਲਿਆ, ਉੱਥੇ ਹੀ ਖੜ ਗਿਆ ਹੈ। ਬਿਧੀ ਚੰਦ ਜੀ ਨੇ ਐਸੇ ਤੱਕਣੀ ਉਸ ਸ਼ੇਰ ਵੱਲ ਪਾਈ ਹੈ, ਅੱਖਾਂ ਟਿਕਾ ਕਰਕੇ ਦੇਖਿਆ ਹੈ, ਸ਼ੇਰ ਉੱਥੇ ਹੀ ਖੜਾ ਹੈ। ਸਰਬ ਨਿਜ ਉਰ ਕੋ ਹਰਿਓ, ਜਿਹੜਾ ਫਕੀਰ ਹੰਕਾਰ ਉਸ ਵੇਲੇ ਹੈ ਕਿ ਇਹ ਸਾਧੂ ਮਹਾਤਮਾ ਬਾਬਾ ਬਿਧੀ ਚੰਦ ਦੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਔਰ ਇੱਕਦਮ ਹੈਰਾਨ ਮਹਾਤਮਾ ਸਾਧੂ ਜਨ ਹੈ ਜੀ ਦੇ ਅੱਗੇ ਝੁਕ ਕੇ ਇਸ ਸੁੰਦਰ ਸ਼ਾਹ ਫਕੀਰ ਨੇ ਵੰਦਨਾ ਕੀਤੀ ਹੈ। ਤੁਸੀਂ ਗੁਰੂ ਕੇ ਸਿੱਖ ਬਹੁਤ ਵੱਡੇ ਮਹਾਂਪੁਰਸ਼ ਹੋ। ਤੇ ਕਹਿਣ ਲੱਗੇ ਮਹਾਂਪੁਰਖ ਤੁਮ ਹੋ ਤਪ ਭਾਰੀ, ਬਹੁਤ ਵੱਡੇ ਅਸੀਂ ਜਿਹੜੀਆਂ ਕਰਾਮਾਤਾਂ ਪ੍ਰਾਪਤ ਕੀਤੀਆਂ ਹਨ, ਪਰ ਤੁਸੀਂ ਤਾਂ ਸਾਡੇ ਨਾਲੋਂ ਵੀ ਕਿਤੇ ਅੱਗੇ ਹੋ, ਵੱਧ ਹੋ, ਜਿਹਦੇ ਕੋਲ ਸ਼ੇਰ ਤੱਕ ਨਹੀਂ ਆਇਆ ਹੈ। ਬਾਬਾ ਬਿਧੀ ਚੰਦ ਝੁਕਿਆ ਹੈ। ਫਿਰ ਬਾਬਾ ਬਿਧੀ ਚੰਦ ਜੀ ਦੇ ਨਾਲ ਅਗਲੇ ਕੀ ਬਚਨ ਵਿਲਾਸ ਹੋਏ ਹਨ ਤੇ ਕਿਵੇਂ ਫਿਰ ਬਾਬਾ ਬਿਧੀ ਚੰਦ ਜੀ ਨੇ ਇਹਨੂੰ ਤਾਰਿਆ ਹੈ, ਭਲਾ ਕੀਤਾ ਹੈ। ਸਮਾਂ ਸਮਾਪਤ ਹੋਇਆ ਹੈ। ਗੁਰੂ ਘਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਇਸ ਫਕੀਰ ਨੂੰ ਜੋੜਿਆ ਵਾਲੇ ਪਾਸਿਓਂ ਹਟਾਇਆ ਤੇ ਗੁਰੂ ਘਰ ਸਿੱਖਿਆ ਲੈ ਕਰ ਸਮਝ ਲੈ ਕਰਕੇ ਇਹ ਜਿਹੜਾ ਫਕੀਰ ਅਜ਼ਮਤਾਂ ਕਰਾਮਾਤਾਂ ਛੱਡ ਕੇ ਜੋਗੀ ਸਾਧੂ ਮਹਾਤਮਾ ਜੰਗਲਾਂ ਦੇ ਵਿੱਚ ਰਹਿਣ ਵਾਲੇ, ਸਮੀਰ ਪਰਬਤ ਤੇ ਹੋਰ ਇੱਧਰ ਉੱਧਰ ਪਹਾੜਾਂ ਦੇ ਵਿੱਚ ਰਹਿਣ ਵਾਲੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਿੱਧ ਜੋਗੀ ਅਨੇਕਾਂ ਤਪਸਵੀ ਪਾਤਸ਼ਾਹ ਜੀ ਨੇ ਜੰਗਲਾਂ ਦੇ ਵਿੱਚੋਂ ਲਾਹ ਕਰਕੇ ਤੇ
ਕਰਕੇ ਕਈਆਂ ਦਾ ਭਲਾ ਹੋਇਆ, ਕਈ ਇਤਿਹਾਸ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸ਼ੁਕਰਾਨਾ, ਧੰਨਵਾਦ ਜੀ। ਹੋਈਆਂ ਬੇਅੰਤ ਆਓ ਭਾਵਨਾ ਸਹਿਤ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।